ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤ ਸੰਗਤ ਦੀ ਘੜੀ ਬਖਸ਼ੀ, ਜਿਸ ਦੇ ਵਿੱਚ ਗੁਰਮੁਖ ਰਲ ਕੇ ਗੁਰਮੰਤਰ ਦਾ ਅਭਿਆਸ ਕਰ ਰਹੇ ਸੀ। ਪਹਿਲਾਂ ਸਾਸਕਰਾ ਸਿਮਰਨ ਕੀਤਾ, ਫਿਰ ਸਾਸਾ ਸਿਮਰਨ। ਗੁਰਮੰਤਰ ਵਾਹਿਗੁਰੂ ਗੁਰਮੰਤਰ ਜੋ ਪੰਜ ਪਿਆਰੇ ਸਾਨੂੰ ਬਖਸ਼ਦੇ ਆ, ਇਸ ਦਾ ਜਾਪ ਇਸ ਤਰੀਕੇ ਨਾਲ ਕਰਨਾ ਹੁੰਦਾ ਕਿ ਇਹ ਸਾਡੇ ਅੰਦਰ ਵਸ ਜਾਏ। ਜਦੋਂ ਦਾ ਮਹਾਰਾਜ ਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਹੋਇਆ, ਸਾਡਾ ਜਨਮ ਹੋਇਆ ਸੰਸਾਰ 'ਤੇ, ਸਾਡੇ ਸਵਾਸ ਚੱਲ ਰਹੇ ਆ, ਮਹਾਰਾਜ ਸਾਨੂੰ ਸਵਾਸ ਦੇ ਰਹੇ ਆ, ਸਾਡੇ ਅੰਦਰ ਹਿਰਦੇ ਦੀ ਧੜਕਣ ਚੱਲ ਰਹੀ ਆ, ਅਤੇ ਇਹਨਾਂ ਸਵਾਸਾਂ ਦਾ ਇਸਤੇਮਾਲ ਕਰਕੇ ਅਤੇ ਜਦੋਂ ਰੋਮ ਰੋਮ ਸਿਮਰਨ ਕਰਦੇ ਹਾਂ, ਹਿਰਦੇ ਦੀ ਧੜਕਣ ਦਾ ਇਸਤੇਮਾਲ ਕਰਕੇ ਅਸੀਂ ਗੁਰਮੰਤਰ ਦਾ ਜਾਪ ਕਰਨਾ ਕਿ ਇਹਨਾਂ ਦੇ ਨਾਲ ਸਾਡਾ ਗੁਰਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਸਾਡੇ ਅੰਦਰ ਵਸ ਜਾਏ। ਕਿਉਂਕਿ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਮੁੱਖ ਦੁਆਰਾ ਸਾਰੇ ਪ੍ਰਮਾਤਮਾ ਦਾ ਨਾਮ ਲੈਂਦੇ ਆ, ਪਰ ਮਕਸਦ ਇਹ ਹੁੰਦਾ ਆ ਕਿ ਅਸੀਂ ਇਸ ਨੂੰ ਅੰਦਰ ਵਸਾ ਲਈਏ, ਕਿ ਮਨ ਦੇ ਵਿੱਚ ਜਾਪ ਸਦਾ ਹੀ ਚੱਲੀ ਜਾਏ। ਜਿਹਨੂੰ ਮਹਾਰਾਜ ਕਹਿੰਦੇ ਆ, ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ। ਕਿ ਮੁਖੋਂ ਹਰ ਹਰ ਸਾਰੇ ਕਰ ਰਿਹਾ, ਕੋਈ ਰਾਮ ਰਾਮ ਕਰਦਾ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ, ਕੋਈ ਅੱਲਾ ਕਹਿ ਰਿਹਾ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ। ਕੋਈ ਵਿਰਲਾ ਆ ਜਿਹੜਾ ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਕਹਿੰਦੇ ਮੁਕਤੀ ਜਿਹੜੀ ਅਮਰ ਪਦਵੀ ਆ, ਮੋਕਸ਼ ਆ, ਉਸ ਨੂੰ ਪ੍ਰਾਪਤ ਹੁੰਦਾ ਹੈ, ਉਸ ਨੂੰ ਮੋਕਸ਼ ਪ੍ਰਾਪਤ ਹੁੰਦਾ ਆ ਜਿਸ ਨੇ ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਹਿਰਦਾ ਇਸ ਮਨ ਨੂੰ ਹੀ ਕਿਹਾ ਹੋਇਆ ਜਦੋਂ ਇਹ ਸ਼ੁੱਧ ਹੋ ਜਾਂਦਾ। ਅਤੇ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ ਗੁਰਮੰਤਰ ਦਾ, ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ, ਪਾਪ ਤੋਂ ਰਹਿਤ ਹੁੰਦਾ ਆ, ਸਾਡਾ ਮਨ ਸ਼ੁੱਧ ਹੁੰਦਾ ਜਾਂਦਾ, ਸਾਫ਼ ਹੁੰਦਾ ਹੈ। ਇਸ ਤਰੀਕੇ ਦੇ ਨਾਲ ਗੁਰਮੰਤਰ ਦਾ ਜਦੋਂ ਅਭਿਆਸ ਕਰਦੇ ਹਾਂ ਤਾਂ ਸਾਡਾ ਮਨ ਜਿਹੜਾ ਆ, ਇਹ ਸੁੱਖ ਦੇ ਘਰ ਵਿੱਚ ਵਸਣ ਲੱਗ ਪੈਂਦਾ। ਅੰਦਰੋਂ ਅਤੇ ਬਾਹਰ ਇਹਨੂੰ ਸੁੱਖ ਮਿਲਦਾ ਹੈ। ਜਿਹਨੂੰ ਮਹਾਰਾਜ ਕਹਿੰਦੇ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਇਸ ਨੂੰ ਦ੍ਰਿੜ ਕਰਦੇ ਹਾਂ, ਇਹਦੀ ਪ੍ਰੈਕਟਿਸ ਦੇ ਨਾਲ ਸਾਡੇ ਅੰਦਰ ਸੁੱਖ ਆਉਂਦਾ ਹੈ, ਸਾਡਾ ਮਨ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ। ਅਤੇ ਜਿਹੜਾ ਮਨ ਅੰਦਰੋਂ ਫਿਰ ਸ਼ਾਂਤ ਹੋਵੇ, ਉਹਨੂੰ ਬਾਹਰ ਇਸ ਲੋਕ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਸੁੱਖ ਮਹਿਸੂਸ ਹੁੰਦਾ ਹੈ। ਹੁਣ ਜਦੋਂ ਅਸੀਂ ਸੰਸਾਰ ਨੂੰ ਦੇਖਦੇ ਹਾਂ ਅਤੇ ਨਜ਼ਰੀਆ ਹੁੰਦਾ ਆ, ਹਰੇਕ ਦਾ ਦ੍ਰਿਸ਼ਟੀ ਹੁੰਦੀ ਹੈ। ਕੋਈ ਦੇਖ ਕੇ ਸੰਸਾਰ ਦੇ ਵਿੱਚ ਉਹ ਢਹਿੰਦੀ ਕਲਾ ਦੇ ਵਿੱਚ ਦੇਖਦੇ ਆ, ਅਤੇ ਕੀ ਹੁੰਦਾ ਹੈ ਕਿ ਉਹ ਦੁਖੀ ਹੁੰਦੇ ਆ। ਕਈ ਹੈਗੇ ਆ ਜਿਨ੍ਹਾਂ ਦਾ ਮਨ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ, ਉਹ ਜਦੋਂ ਸੰਸਾਰ ਵਿੱਚ ਵਿਚਰਦੇ ਆ, ਉਹਨੂੰ ਸਾਰਾ ਸੁੱਖ ਹੀ ਦਿਸਦਾ ਹੁੰਦਾ। ਸਾਡਾ ਜਿਹੜਾ ਮਨ ਆ, ਉਹ ਨੈਗੇਟਿਵ ਵਾਲੇ ਪਾਸੇ ਨੂੰ ਛੱਡ ਕੇ ਪੋਜ਼ੀਟਿਵ ਹੋਣ ਲੱਗ ਪੈਂਦਾ ਹੈ ਜਦੋਂ ਅਸੀਂ ਅਭਿਆਸ ਕਰਦੇ ਹਾਂ। ਜਿਹੜੇ ਗੁਰਮੁਖ ਜਾਣੇ ਆ, ਉਹ ਫਿਰ ਬੁੱਝ ਲੈਂਦੇ ਆ, ਕਹਿੰਦੇ ਦੁੱਖ ਨਾਹੀਂ ਸਭ ਸੁਖੀ ਹੈ ਰੇ, ਏਕ ਹੈ ਏਕੀ ਨੇਤੈ। ਉਹ ਗੁਰਮੁਖ ਜਨ ਆਪਣੇ ਨੇਤਰਾਂ ਦੁਆਰਾ ਉਸ ਇੱਕ ਪ੍ਰਮਾਤਮਾ ਨੂੰ ਹੀ ਦੇਖਦੇ ਆ। ਉਹਨਾਂ ਨੂੰ ਫਿਰ ਦੁੱਖ ਨਹੀਂ ਦਿਸਦਾ ਸੰਸਾਰ ਵਿੱਚ, ਉਹਨਾਂ ਨੂੰ ਸਾਰਾ ਸੁੱਖ ਹੀ ਦਿਸਦਾ ਹੈ, ਅਤੇ ਉਹਨਾਂ ਦਾ ਮਨ ਫਿਰ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਇਹੀ ਸੁੱਖ ਦੀ ਭਾਲ ਦੇ ਵਿੱਚ ਹਰੇਕ ਜੀਵ ਆ। ਹਰੇਕ ਜੀਵ ਸੰਸਾਰ ਵਿੱਚ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ, ਕਿ ਦੁੱਖ ਦੇ ਵਿੱਚ ਤਾਂ ਕੋਈ ਰਹਿਣਾ ਨਹੀਂ ਚਾਹੁੰਦਾ, ਸਾਰੇ ਚਾਹੁੰਦੇ ਕਿ ਸੁੱਖ ਮਿਲੇ, ਅਤੇ ਕੋਈ ਨਾ ਕੋਈ ਸਾਧਨ ਅਪਣਾਉਂਦੇ ਆ ਉਸ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ। ਕੋਈ ਸੋਚਦਾ ਆ ਕਿ ਜੇ ਪੈਸੇ ਆ ਜਾਣ ਤਾਂ ਮੈਂ ਸੁਖੀ ਹੋ ਜਾਵਾਂਗਾ। ਦੂਜਾ ਸੋਚਦਾ ਆ ਕਿ ਜੇ ਮੈਂ ਆਹ ਕੰਮ ਕਰ ਲਵਾਂ ਤਾਂ ਮੈਂ ਸੁਖੀ ਹੋ ਜਾਵਾਂਗਾ। ਜੇ ਮੈਂ ਸਟੇਜ ਹੁੰਦੀ ਆ, ਜਿਵੇਂ ਕਿ ਮੈਨੇਜਰ ਬਣ ਜਾਵਾਂ ਕਿਸੇ ਕੰਪਨੀ ਦੇ ਵਿੱਚ ਤਾਂ ਮੈਂ ਸੁਖੀ ਹੋ ਜਾਵਾਂਗਾ। ਜੇ ਮੇਰੀ ਪ੍ਰਮੋਸ਼ਨ ਹੋ ਜਾਏ ਤਾਂ ਮੈਂ ਸੁਖੀ ਹੋ ਜਾਵਾਂਗਾ। ਕਈ ਇੱਦਾਂ ਸੋਚਦੇ ਆ। ਕਈ ਸੋਚਦੇ ਆ ਕਿ ਜੇ ਐਂਟਰਟੇਨਮੈਂਟ ਦੇਖਾਂਗੇ
ਅਤੇ ਅਸੀਂ ਉਹਦੇ ਨਾਲ ਉਹਨੂੰ ਦੇਖ ਕੇ ਸੁੱਖ ਮਿਲੂਗਾ ਸਾਨੂੰ। ਕੋਈ ਸੋਚਦਾ ਜੇ ਮੈਂ ਕਿਸੇ ਦੇਸ਼ ਦੇ ਵਿੱਚ ਫਲਾਨੀ ਜਗ੍ਹਾ ਜਾ ਕੇ ਕਮਾਈ ਕਰਾਂ, ਉੱਥੇ ਮੈਨੂੰ ਸੁੱਖ ਮਿਲ ਜਾਊਗਾ। ਪਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਕਹਿੰਦੇ ਸੁੱਖ ਨਾਹੀਂ ਬਹੁਤੈ ਧਨ ਖਾਟੇ। ਕਹਿੰਦੇ ਕਿ ਬਾਲਾ ਤੁਸੀਂ ਧਨ ਪੈਸਾ ਜਮ੍ਹਾਂ ਕਰ ਲਓ, ਕਮਾ ਲਓ, ਕਹਿੰਦੇ ਉਹਦੇ ਵਿੱਚ ਸੁੱਖ ਨਹੀਂ ਮਿਲਦਾ। ਸੁੱਖ ਨਾਹੀਂ ਭੇਖੇ ਨਿਰਤ ਨਾਟੇ। ਕਹਿੰਦੇ ਜਿਹੜਾ ਐਂਟਰਟੇਨਮੈਂਟ ਆ ਉਹਨੂੰ ਅਸੀਂ ਦੇਖੀਏ ਤਾਂ ਕਹਿੰਦੇ ਉਹਦੇ ਵਿੱਚ ਵੀ ਵਾਲਾ ਸੁੱਖ ਨਹੀਂ ਮਿਲਦਾ। ਸੁੱਖ ਨਾਹੀਂ ਬਹੁ ਦੇਸ ਕਮਾਏ। ਕਹਿੰਦੇ ਕਿ ਦੇਸ਼ਾਂ ਵਿੱਚ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਨੀ, ਉਹਦੇ ਵਿੱਚ ਵੀ ਸੁੱਖ ਨਹੀਂ ਮਿਲਦਾ। ਸੁੱਖ ਨਹੀਂ ਮਿਲਦਾ ਨਾ ਬਹੁਤੇ ਧਨ ਖੱਟ ਕੇ, ਬਹੁਤਾ ਪੈਸਾ ਹਾਸਲ ਕਰਕੇ, ਨਾ ਸੁੱਖ ਮਿਲਦਾ ਆ ਐਂਟਰਟੇਨਮੈਂਟ ਦੇ ਨਾਲ। ਕਹਿੰਦੇ ਨਾ ਸੁੱਖ ਮਿਲਦਾ ਆ ਵੱਖ ਵੱਖ ਦੇਸ਼ਾਂ ਦੇ ਵਿੱਚ ਕਮਾਈ ਕਰਨ ਦੇ ਨਾਲ। ਫਿਰ ਕਿਵੇਂ ਮਿਲਦਾ ਹੈ? ਮਹਾਰਾਜ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ। ਕਹਿੰਦੇ ਸਾਰੇ ਸੁੱਖ ਪ੍ਰਾਪਤ ਉਹਨੂੰ ਹੋ ਜਾਂਦੇ ਆ ਜਿਹੜਾ ਹਰੀ ਦੇ ਗੁਣ ਗਾਉਂਦਾ ਹੈ। ਹੁਣ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੀਵ ਇਸ ਸੰਸਾਰ ਵਿੱਚ ਜੋ ਪਰਮਾਤਮਾ ਦੇ ਮਾਰਗ 'ਤੇ ਚੱਲਦੇ ਨਹੀਂ, ਜਾਂ ਹਜੇ ਰਾਹ ਦੇ ਵਿੱਚ ਹੀ ਆ, ਉਹ ਬਹੁਤ ਛੇਤੀ ਦੁਖੀ ਹੁੰਦੇ ਆ ਜਾਂ ਦੁੱਖ ਦੇ ਵਿੱਚ ਹੀ ਰਹਿੰਦੇ ਆ। ਪਿੱਛੇ ਜਿਹਾ ਵੀ ਹੁਣ ਤੁਸੀਂ ਸ਼ਾਇਦ ਨੋਟ ਕੀਤਾ ਹੋਊਗਾ, ਨਿਊਜ਼ ਦੇ ਵਿੱਚ ਆਈ ਸੀਗੀ ਗੱਲ ਕਿ ਇੱਕ ਐਕਟਰ ਨੇ ਸੁਸਾਈਡ ਕਮਿਟ ਕੀਤਾ। ਡਿਪਰੈਸ਼ਨ ਵਿੱਚ ਸੀ ਅਤੇ ਉਹਨੇ ਆਤਮ ਹੱਤਿਆ ਕਰ ਲਈ। ਅਤੇ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਨਾ ਦੱਸਿਆ ਹੋਇਆ ਕਿ ਜਿੰਨੇ ਵੀ ਸੰਸਾਰ ਦੇ ਜੀਵ ਹੈ ਸਾਰੇ ਦੁਖੀ ਆ। ਹੁਣ ਜਿਹੜਾ ਦੁੱਖ ਆ ਉਹ ਸਾਡੇ ਮਹਾਰਾਜ ਨੇ ਸਾਨੂੰ ਦੱਸਿਆ ਕਰਮਾਂ ਮੁਤਾਬਕ ਆ। ਮਹਾਰਾਜ ਦੱਸਦੇ ਨੇ ਸਾਨੂੰ ਕਿ ਆਪਣੇ ਆਪਣੇ ਕਰਮ ਨੇ ਸੰਸਾਰ ਵਿੱਚ, ਅਤੇ ਜਿਹੜਾ ਮਨ ਇੱਥੇ ਦੁਖੀ ਆ ਜਾਂ ਜਿਹਨੂੰ ਕੋਈ ਸੁੱਖ ਮਿਲਦਾ ਹੈ ਸੰਸਾਰ ਵਿੱਚ, ਉਹ ਸਾਰਾ ਆਪਣੇ ਕਰਮਾਂ ਦਾ ਹਿਸਾਬ ਆ। ਮਹਾਰਾਜ ਨੇ ਦੱਸਿਆ ਹੋਇਆ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਿ ਦੋ ਦਰ 'ਤੇ ਕੱਪੜੇ ਰੱਖੇ ਹੋਏ ਆ ਸਾਡੇ ਮਨ ਵਾਸਤੇ। ਇੱਕ ਹੈਗਾ ਸੁੱਖ ਦਾ ਕੱਪੜਾ, ਉਹ ਹੈ ਅਸਲ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ। ਜਿਵੇਂ ਮਹਾਰਾਜ ਨੇ ਕਿਹਾ ਨਾ ਕਿ ਸਰਬ ਸੁੱਖਾਂ ਹਰ ਹਰ ਗੁਣ ਗਾਏ, ਕਿ ਹਰੀ ਦੇ ਗੁਣ ਗਾ ਕੇ ਸਾਰਾ ਸੁੱਖ ਮਿਲ ਜਾਂਦਾ ਹੈ। ਦੂਜਾ ਹੈ ਦੁੱਖ ਦਾ ਕੱਪੜਾ, ਉਹ ਹੈ ਤ੍ਰੈ ਗੁਣ। ਤ੍ਰੈ ਗੁਣਾਂ ਦੇ ਵਿੱਚ ਤ੍ਰੈ ਗੁਣਾਂ ਨੂੰ ਆਪ ਹੀ, ਇਸ ਤ੍ਰੈ ਗੁਣਾਂ ਨੂੰ ਜਿੱਥੇ ਸਤੋ ਗੁਣ ਰਜੋ ਗੁਣ ਅਤੇ ਤਮੋ ਗੁਣ ਆ, ਇਹਦੇ ਵਿੱਚ ਮਨ ਵਿਚਾਰਾਂ ਦੇ ਵਿੱਚ ਰਹਿੰਦਾ ਆ। ਇਹ ਇੱਕ ਕਿਸਮ ਦਾ ਨਰਕ ਆ। ਅਤੇ ਮਹਾਰਾਜ ਦੱਸਦੇ ਨੇ ਕਿ ਇਸ ਤ੍ਰਿਲੋਕੀ ਦੇ ਵਿੱਚ ਜੋ ਸਾਡੇ ਕਰਮ ਆ ਉਸ ਮੁਤਾਬਕ ਸਾਨੂੰ ਉਹ ਕਰਮਾਂ ਦਾ ਫਲ ਮਿਲਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਹੁਣ ਤ੍ਰਿਲੋਕੀ ਦੇ ਵਿੱਚ ਜਿਹੜਾ ਜੀਵ ਵਿਚਰਦਾ ਆ, ਇੱਥੇ ਜ਼ਿਆਦਾ ਦੇਰ ਰਹਿੰਦਾ ਆ, ਤਾਂ ਕੀ ਹੁੰਦਾ ਹੈ ਕਿ ਉਹ ਮਨ ਆਪਣੇ ਘਰ ਵਿੱਚ ਜਦੋਂ ਨਹੀਂ ਜਾਂਦਾ ਅਤੇ ਉਹ ਇੱਥੇ ਵਿਚਾਰਾਂ ਦੇ ਵਿੱਚ ਪੈ ਕੇ ਦੁੱਖ ਦੇ ਵਿੱਚ ਆ ਜਾਂਦਾ। ਕਈ ਵਾਰ ਐਂਗਜ਼ਾਇਟੀ ਹੋ ਜਾਂਦੀ, ਡਿਪਰੈਸ਼ਨ ਹੋ ਜਾਂਦਾ। ਅਤੇ ਦੁਨਿਆਵੀ ਤੌਰ 'ਤੇ ਜੇਕਰ ਬੰਦਾ ਆਪਣੇ ਵਿਚਾਰਾਂ ਦੇ ਵਿੱਚ ਹੀ ਰਹਿੰਦਾ ਆ ਅਤੇ ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਅਤੇ ਉਹ ਆਪਣੇ ਅੰਦਰ ਜਿਹੜੇ ਵਿਚਾਰ ਆਈ ਜਾਂਦੇ, ਪੰਜ ਦੂਤ ਲੈ ਆਈ ਜਾਂਦੇ, ਅਤੇ ਇਹ ਪੰਜ ਦੂਤ ਜਿਹੜੇ ਆ ਇਹ ਅੰਦਰੋਂ ਇਸ ਮਨ ਨੂੰ ਦੁਖੀ ਕਰਦੇ ਆ। ਮਹਾਰਾਜ ਨੇ ਦੱਸਿਆ ਹੋਇਆ ਕਿ ਜਿਵੇਂ ਅੱਗੇ ਵੀ ਵਿਚਾਰ ਕੀਤੀ ਕਿ ਮਾਇਆ ਦੇ ਨਾਲ ਅਸੀਂ ਮੋਹ ਪਾ ਲਿਆ, ਅਟੈਚਮੈਂਟ ਹੋ ਗਈ, ਮਾਇਆ ਦਾ ਮੋਹ ਹੋ ਗਿਆ, ਅਤੇ ਜਿਹੜੇ ਪੰਜ ਦੂਤ ਆ ਇਹ ਵਿਕਾਰ ਚਿਤਵਦੇ ਸਾਡੇ ਅੰਦਰ, ਜਿਹਨੂੰ ਮਹਾਰਾਜ ਕਹਿੰਦੇ ਆ ਪੰਜ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ। ਕਿ ਵਿਚਾਰਾਂ ਦਾ ਪਸਾਰਾ ਖੜਾ ਕਰ ਦਿੰਦੇ ਨੇ ਪੰਜ ਦੂਤ ਜੋ ਸਾਡੇ ਅੰਦਰ ਆ, ਅਤੇ ਇਹ ਅੰਦਰੋਂ ਵਿਚਾਰਾਂ ਦੇ ਰਾਹੀਂ ਸਾਨੂੰ ਦੁਖੀ ਕਰਦੇ ਆ। ਕਈ ਵਾਰੀ ਉਹ ਕਿਉਂਕਿ ਪੰਜ ਦੂਤ ਸਾਰਿਆਂ ਦੇ ਅੰਦਰ ਆ, ਉਹ ਦੁੱਖ ਦੂਜਿਆਂ ਤੋਂ ਸਾਨੂੰ ਮਿਲਦਾ ਆ, ਜਾਂ ਸਾਨੂੰ ਆਪਣੇ ਅੰਦਰੋਂ ਇਹ ਦੁਖੀ ਕਰਦੇ ਆ। ਵਿਚਾਰਾਂ ਦੇ ਵਿੱਚ ਹੀ ਸਾਰਾ ਸੁੱਖ ਦੁੱਖ ਆ। ਹੁਣ ਅਸਲੀ ਸੁੱਖ ਤਾਂ ਹੈ ਤ੍ਰੈ ਗੁਣਾਂ ਤੋਂ ਉੱਪਰ। ਉੱਦਾਂ ਜਿੱਥੇ ਤ੍ਰਿਲੋਕੀ ਦੇ ਵਿੱਚ ਆਉਂਦੇ ਆ, ਜਿਹੜਾ ਦੁੱਖ ਸੁੱਖ ਅਸੀਂ ਇੱਥੇ ਮੰਨਦੇ ਹਾਂ, ਇਹ ਵਿਚਾਰਾਂ ਦੇ ਵਿੱਚ ਆ ਸਾਡੇ।
ਹੁਣ ਜੀਵ ਜਦੋਂ ਬਹੁਤ ਦੁਖੀ ਹੋ ਜਾਂਦਾ, ਡਿਪਰੈਸ਼ਨ ਵਿੱਚ ਆ ਜਾਂਦੇ, ਐਂਗਜ਼ਾਇਟੀ ਦੇ ਵਿੱਚ ਆ ਜਾਂਦੇ, ਅਤੇ ਕਈ ਜੀਵ ਐਸੇ ਆ ਉਹ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਵੇਂ ਇਸ ਤੋਂ ਛੁੱਟ ਸਕਦੇ ਆ, ਅਤੇ ਉਹ ਆਪਣਾ ਸਰੀਰ ਛੱਡਣ ਨੂੰ ਤਿਆਰ ਹੋ ਜਾਂਦੇ ਆ ਕਿ ਸਰੀਰ ਦਾ ਨੁਕਸਾਨ ਕਰ ਦਿੰਦੇ ਆ, ਆਤਮ ਹੱਤਿਆ ਕਰ ਲੈਂਦੇ ਆ। ਅਤੇ ਇਹ ਜਿਹੜੀ ਸੁਇਸਾਈਡ ਹੁੰਦੀ ਆ, ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਜਿਹੜਾ ਸਾਡਾ ਸਰੀਰ ਆ, ਜਿਹੜਾ ਸਾਨੂੰ ਮਨੁੱਖਾ ਜਾਮਾ ਮਹਾਰਾਜ ਨੇ ਦਿੱਤਾ ਹੋਇਆ, ਇਹ ਬੜੇ ਅਮੋਲਕ ਦਾਤ ਆ ਜੋ ਮਹਾਰਾਜ ਨੇ ਸਾਨੂੰ ਬਖਸ਼ੀ ਹੋਈ ਆ। ਇਹ ਬਾਰ-ਬਾਰ ਸਾਨੂੰ ਸਰੀਰ ਨਹੀਂ ਮਿਲਦਾ ਮਨੁੱਖਾ ਜਾਮਾ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਇਹ ਸਾਡਾ ਜਿਹੜਾ ਮਨ ਆ, ਇਸ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਇਹ ਇੱਕ ਰਾਜਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਕਾਇਆ ਨਗਰੀ ਇਹ ਮਨ ਰਾਜਾ, ਪੰਚ ਵਸੇ ਵਿਚਾਰੇ, ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ। ਕਿ ਸਾਡਾ ਜਿਹੜਾ ਮਨ ਆ ਇਸ ਸਰੀਰ ਵਿੱਚ ਪ੍ਰਵੇਸ਼ ਹੋ ਚੁੱਕਾ। ਇਹ ਮਨ ਇੱਕ ਖਿਡਾਰੀ ਆ ਜੋ ਤ੍ਰਿਲੋਕੀ ਦੇ ਵਿੱਚ ਆਇਆ ਹੋਇਆ, ਸਰੀਰ ਵਿੱਚ ਆਇਆ ਹੋਇਆ ਆ। ਇਸ ਨੇ ਇੱਕ ਖੇਡ ਖੇਡਣੀ ਆ ਇੱਥੇ ਪੰਜਾਂ ਦੂਤਾਂ ਦੇ ਨਾਲ, ਅਤੇ ਇਸ ਸਰੀਰ 'ਤੇ ਇਹਦਾ ਰਾਜ ਆ। ਇਸ ਸਰੀਰ ਦੇ ਵਿੱਚ, ਸਾਡੇ ਇਸ ਸਰੀਰ ਦੇ ਵਿੱਚ ਬਹੁਤੇ ਜੀਵ ਵਸਦੇ ਆ, ਔਰਗੇਨਿਜ਼ਮਸ ਵਸਦੀਆਂ ਸਾਡੇ ਇਸ ਸਰੀਰ ਦੇ ਵਿੱਚ। ਸਾਡੇ ਵੱਖ-ਵੱਖ ਸੈੱਲ ਜੋ ਨੇ, ਸਾਡੇ ਅੰਦਰ ਜੀਵ ਨੇ, ਜਿਹੜੀ ਸਾਡੀ ਇਹ ਪ੍ਰਜਾ ਆ। ਰਾਜੇ ਨੇ ਆਪਣੇ ਇਸ ਪ੍ਰਜਾ ਦੀ ਦੇਖਭਾਲ ਕਰਨੀ ਹੁੰਦੀ ਆ, ਅਤੇ ਜਦੋਂ ਮਨ ਇੱਥੇ ਦੁਖੀ ਹੁੰਦਾ ਆ ਅਤੇ ਇਸ ਨੇ ਕੋਈ ਵੀ ਸੁੱਖ ਅਪਣਾਉਣ ਲਈ, ਸੁੱਖ ਨੂੰ ਹਾਸਲ ਕਰਨ ਲਈ ਇਹਨੇ ਵਿਧੀ ਅਪਣਾਉਣੀ ਇਹ ਹੁੰਦੀ ਹੈ ਕਿ ਸਹਿਜ ਵਿੱਚ ਜਾਣਾ, ਵਿਚਾਰ ਕਰਨੀ, ਅਤੇ ਸ਼ਬਦ ਦੁਆਰਾ ਅਭਿਆਸ ਕਰਨਾ। ਕੋਈ ਵੀ ਫੈਸਲਾ ਲੈਣਾ ਹੁੰਦਾ ਆ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ। ਜੋ ਕੋਈ ਵੀ ਅਸੀਂ ਡਿਸੀਜ਼ਨ ਲੈਂਦੇ ਹਾਂ ਸੰਸਾਰ ਵਿੱਚ, ਅਸੀਂ ਆਪਣੇ ਗਿਆਨ ਇੰਦਰੇ, ਇਹ ਸਾਡੇ ਸਲਾਹਕਾਰ ਨੇ, ਇਹਨਾਂ ਨਾਲ ਸਲਾਹ ਲੈਣੀ ਹੁੰਦੀ ਆ ਸ਼ਬਦ ਦਾ ਅਭਿਆਸ ਕਰਕੇ। ਅਤੇ ਕੋਈ ਵੀ ਐਸਾ ਕਰਮ ਨਹੀਂ ਅਸੀਂ ਮਨ ਰਾਜੇ ਨੇ ਕਰਨਾ ਕਿ ਜਿਸ ਦੇ ਨਾਲ ਪ੍ਰਜਾ ਜਿਹੜੀ ਅੰਦਰੋਂ ਦੁਖੀ ਹੋਵੇ। ਜਦੋਂ ਮਨ ਰਾਜਾ ਧਾਰਨ ਕਰ ਲਏ ਕਿ ਇਸ ਸਰੀਰ ਨੂੰ, ਇਸ ਨਗਰੀ ਨੂੰ ਦੁੱਖ ਦੇਣਾ ਆ, ਜਿਵੇਂ ਜਿਹੜੇ ਜੀਵ ਦੁੱਖ ਤੋਂ ਭੱਜਣ ਲਈ ਆਪਣੇ ਆਪ ਨੂੰ ਖ਼ਤਮ ਕਰ ਦਿੰਦੇ, ਆਤਮ ਹੱਤਿਆ ਕਰ ਲੈਂਦੇ, ਸੁਇਸਾਈਡ ਕਰਦੇ ਆ, ਉਹ ਇਸ ਸਾਰੀ ਪ੍ਰਜਾ ਦਾ ਵੀ ਨੁਕਸਾਨ ਕਰ ਰਹੇ ਹੁੰਦੇ ਆ। ਇਹ ਹੱਤਿਆ ਆ ਆਪਣੇ ਸਰੀਰ ਦੀ ਕਰ ਰਿਹਾ, ਅਤੇ ਜਿੰਨੇ ਵੀ ਜੀਵ ਅੰਦਰ ਆ ਉਹਨਾਂ ਦੀ ਵੀ ਹੱਤਿਆ ਇਹ ਕਰ ਦਿੰਦੇ ਆ। ਜਿਹੜਾ ਫਿਰ ਮਨ ਆ ਉਹ ਸੋਚਦਾ ਕਿ ਦੁੱਖ ਤੋਂ ਛੁਟਕਾਰਾ ਇਸ ਤਰੀਕੇ ਨਾਲ ਪਊਗਾ, ਪਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਨਹੀਂ, ਹੱਤਿਆ ਕਰਨਾ ਤਾਂ ਬਹੁਤ ਵੱਡਾ ਪਾਪ ਆ। ਦ੍ਰਿਸ਼ਟਮਾਨ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕੋਈ ਰਾਜਾ ਜਿਹੜਾ ਆ ਕਿਸੇ ਵੀ ਦੇਸ਼ ਦਾ, ਆਪਣੇ ਦੇਸ਼ ਵਾਸੀਆਂ ਨੂੰ ਮਾਰਨ ਲੱਗ ਪਏ, ਅਤੇ ਲੋਕ ਕਹਿੰਦੇ ਆ ਕਿ ਇਹ ਰਾਜਾ ਜਿਹੜਾ ਹੈ ਜ਼ੁਲਮ ਕਰਨ ਵਾਲਾ ਹੈ, ਜ਼ੁਲਮੀ ਰਾਜਾ ਹੈ। ਅਤੇ ਜਦੋਂ ਰਾਜਾ ਪਕੜਿਆ ਜਾਏ ਤਾਂ ਉਹਨੂੰ ਸਜ਼ਾ ਮਿਲਦੀ ਹੈ ਬਹੁਤ। ਇੱਦਾਂ ਹੀ ਸਾਡਾ ਮਨ ਜੇ ਆਪਣੇ ਸਰੀਰ ਦਾ ਨੁਕਸਾਨ ਕਰਦੇ ਅਤੇ ਇਹਦੇ 'ਤੇ ਹੱਤਿਆ ਦਾ ਇਲਜ਼ਾਮ ਲੱਗਦਾ ਆ, ਅਤੇ ਇਹਨੇ ਜੋ ਪ੍ਰਜਾ ਨੂੰ ਮਾਰਿਆ ਉਹ ਵੀ ਪਾਪ ਇਸ ਨੂੰ ਫਿਰ ਲੱਗਦਾ ਆ। ਹੱਤਿਆ ਦਾ ਪਾਪ ਹੋ ਗਿਆ, ਪ੍ਰਜਾ ਨੂੰ ਮਾਰਨ ਦਾ ਪਾਪ ਹੋ ਗਿਆ, ਅਤੇ ਉਹ ਦੁੱਖ ਜਿਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਮਨ, ਉਹ ਫਿਰ ਗਾਂਹ ਜਾ ਕੇ ਉਸ ਤੋਂ ਕਈ ਗੁਣਾ ਜ਼ਿਆਦਾ ਦੁੱਖ ਭੋਗਦਾ ਹੈ। ਦੁੱਖ ਤੋਂ ਛੁਟਕਾਰਾ ਨਹੀਂ ਇਸ ਤਰੀਕੇ ਨਾਲ ਮਿਲਦਾ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਜਿਹੜੇ ਦੁੱਖ ਆ, ਇਹਨਾਂ ਨੂੰ ਕੱਟਣ ਵਾਸਤੇ ਜਿਹੜੇ ਮਾੜੇ ਕਰਮ ਆ, ਕਿਉਂਕਿ ਮਾੜੇ ਕਰਮਾਂ ਮੁਤਾਬਕ ਸਾਨੂੰ ਦੁੱਖ ਮਿਲਦਾ ਹੈ ਸੰਸਾਰ ਵਿੱਚ। ਜੇ ਚੰਗੇ ਕਰਮ ਕੀਤੇ ਹੋਣ ਉਹਦਾ ਥੋੜ੍ਹਾ ਬਹੁਤ ਸੁੱਖ ਮਿਲਦਾ ਹੈ। ਮਹਾਰਾਜ ਕਹਿੰਦੇ ਆ ਕਿ ਜੇ ਅਸੀਂ ਦੁੱਖ ਨੂੰ ਕੱਟਣਾ ਆ, ਕੁਝ ਕੁ ਤਰੀਕੇ ਹਨ। ਮਹਾਰਾਜ ਕਹਿੰਦੇ ਆ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਿ ਗੁਰੂ ਦਾ ਸ਼ਬਦ ਦਾ ਜਾਪ ਕਰਕੇ ਅਸੀਂ ਕਰੋੜਾਂ ਕਰਮਾਂ ਦਾ ਨਾਸ ਕਰ ਰਹੇ ਹਾਂ, ਉਹ ਕਰਮ ਜਿਹੜੇ ਸਾਨੂੰ ਦੁਖੀ ਕਰਦੇ ਨੇ।
ਫਿਰ ਮਹਾਰਾਜ ਨੇ ਦੱਸਿਆ ਹੋਇਆ ਕਿ ਇਹ ਜਿਹੜਾ ਕਰਮ ਅਸੀਂ ਕਰਦੇ ਹਾਂ, ਕੋਈ ਵੀ ਇਸ ਸੰਸਾਰ ਵਿੱਚ ਕੀਤਾ ਹੋਇਆ ਆ ਪਿਛਲੇ ਜਨਮਾਂ ਦਾ ਜਾਂ ਇਸ ਜਨਮ ਦੇ ਵਿੱਚ, ਉਸ ਕਰਮ ਨੂੰ ਕੱਟਣ ਵਾਸਤੇ ਸਿਰਫ ਇੱਕ ਗੁਰੂ ਦਾ ਸ਼ਬਦ ਆ, ਜਾਂ ਇੱਕ ਸਾਧਨ ਹੋ ਰਿਹਾ ਕਿ ਉਹ ਕਰਮ ਜਿਹੜਾ ਆ ਉਹਦਾ ਫਲ ਭੁਗਤਣਾ ਹੀ ਪੈਂਦਾ ਆ। ਜਦੋਂ ਫਲ ਭੁਗਤ ਲਿਆ ਮਤਲਬ ਦੁੱਖ ਦੇ ਵਿੱਚ ਦੀ ਲੰਘ ਗਏ ਤਾਂ ਮੁੜ ਕੇ ਉਹ ਕਰਮ ਕੱਟਿਆ ਗਿਆ। ਜਾਂ ਸੁੱਖ, ਜੇ ਸੁਖੀ ਹੋਣ ਵਾਲਾ ਕੋਈ ਕਰਮ ਕੀਤਾ, ਜੇ ਉਹ ਸੁੱਖ ਮਿਲ ਗਿਆ ਤਾਂ ਉਹ ਵੀ ਕਰਮ ਗਿਆ। ਅਤੇ ਤੀਜਾ ਹੈਗਾ ਕਿ ਜਦੋਂ ਸਾਡੀ ਕੋਈ ਨਿੰਦਿਆ ਚੁਗਲੀ ਕਰਦਾ ਤਾਂ ਸਾਡਾ ਮਨ ਸਹਿਜ ਰਹਿੰਦਾ ਆ, ਅਤੇ ਅਗਲਾ ਆਪਣੇ ਸਿਰ 'ਤੇ ਸਾਡੇ ਮਾੜੇ ਕਰਮ ਲੈ ਲੈਂਦਾ ਆ। ਇਹ ਇੱਕ ਹੋਰ ਸਾਧਨ ਹੈ ਜਿਸ ਦੇ ਥੋੜ੍ਹੇ ਜਿਹੇ ਵਿਚਾਰ ਅਸੀਂ ਹੋਰ ਵੀ ਗਾਂ ਜਾ ਕੇ ਅੱਜ ਕਰਾਂਗੇ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਜਿਹੜਾ ਜੀਵ ਆ ਉਹਨੂੰ ਦੁਖੀ ਰਹਿਣਾ ਹੀ ਨਹੀਂ ਚਾਹੀਦਾ ਸੰਸਾਰ ਵਿੱਚ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਸਾਡੇ ਨਾਲ ਆ। ਘੜੀਏ ਦਾ ਅਰਥ ਆਉਂਦਾ ਹੈ ਗੁਰਬਾਣੀ ਦੇ ਵਿੱਚ ਦੁਖੀ ਹੋਣਾ, ਸੈਡ ਹੋਣਾ। ਅਤੇ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾਇਆ ਕਿ ਤੋ ਘੜੀਏ ਜੇ ਹੋਵੇ ਬਾਹਰ। ਜੇ ਪਰਮਾਤਮਾ ਸਾਡੇ ਤੋਂ ਕਿਤੇ ਬਾਹਰ ਆ ਨਾ, ਫਿਰ ਤਾਂ ਅਸੀਂ ਦੁਖੀ ਹੋਈਏ, ਪਰ ਉਹ ਹੈ ਨਹੀਂ ਬਾਹਰ, ਉਹ ਤਾਂ ਸਾਡੇ ਨਾਲ ਆ, ਹਮੇਸ਼ਾ ਨਾਲ ਵਾਸਤਾ ਸਾਡੇ ਅੰਦਰ ਵੀ ਆ। ਅਤੇ ਸਾਡੇ ਸਰੀਰ ਦੇ ਬਾਹਰਲੇ ਪਾਸੇ ਅਸੀਂ ਉਹਦੇ ਵਿੱਚ ਹੀ ਵਿੱਚ ਰਹੇ ਹਾਂ, ਮਤਲਬ ਕਿ ਉਹ ਦੂਰ ਨਹੀਂ ਹੈਗਾ ਸਾਡੇ ਤੋਂ। ਤੋ ਘੜੀਏ ਜੇ ਵਿਸਰੈ ਨਰਹਰ, ਤਾਂ ਸਾਨੂੰ ਦੁਖੀ ਹੋਣਾ ਚਾਹੀਦਾ ਜੇ ਅਸੀਂ ਪ੍ਰਮਾਤਮਾ ਨੂੰ ਭੁੱਲਦੇ ਹਾਂ। ਤੋ ਘੜੀਏ ਜੇ ਦੂਜਾ ਭਾਏ, ਜੇ ਅਸੀਂ ਦਵੈਤ ਦੁਬਿਧਾ ਨਾਲ ਪਿਆਰ ਕਰਦੇ ਹਾਂ, ਕਹਿੰਦੇ ਤਾਂ ਵੀ ਫਿਰ ਅਸੀਂ ਦੁਖੀ ਹੋਈਏ। ਫਿਰ ਕਹਿੰਦੇ ਕਿਆ ਘੜੀਏ ਜਾਂ ਰਹਿਆ ਸਮਾਏ, ਪਰ ਕਹਿੰਦੇ ਕਿਉਂ ਅਸੀਂ ਦੁਖੀ ਹੋਈਏ? ਜਦੋਂ ਸਾਨੂੰ ਸਮਝ ਆ ਜਾਏ, ਸਾਨੂੰ ਪਤਾ ਲੱਗ ਜਾਏ ਤਾਂ ਹੈ ਹੀ ਸਾਰੇ ਪਾਸੇ ਪ੍ਰਮਾਤਮਾ ਸਾਡਾ ਮਾਲਕ ਸਮਾਇਆ ਹੋਇਆ, ਉਹ ਤਾਂ ਹਰੇਕ ਨਾਲ ਪਿਆਰ ਕਰਦਾ ਆ। ਜਦੋਂ ਅਸੀਂ ਮਾਇਆ ਨਾਲ ਮੋਹ ਪਾਉਂਦੇ ਹਾਂ ਨਾ, ਮਾਇਆ ਮੋਹ ਕੜੇ ਕੜ ਪਚਿਆ, ਜਦੋਂ ਅਸੀਂ ਮਾਇਆ ਨਾਲ ਮੋਹ ਪਾਉਂਦੇ ਹਾਂ ਤਾਂ ਫਿਰ ਸਾਡਾ ਮਨ ਜਿਹੜਾ ਦੁਖੀ ਹੁੰਦਾ ਆ। ਬਿਨ ਨਾਮੈ ਭਰਮ 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 ਖਪਿਆ, ਕਿ ਨਾਮ ਤੋਂ ਬਗੈਰ ਮਨ ਜਿਹੜਾ ਭਰਮ ਵਿੱਚ ਆਉਂਦਾ ਹੈ ਅਤੇ ਇੱਥੇ ਆਪਣਾ ਜੀਵਨ ਵਿਅਰਥ ਗਵਾਉਂਦਾ ਹੈ। ਰਹਾਓ ਤੋ ਘੜੀਏ ਜੇ ਦੂਜਾ ਕਰਤਾ, ਅਤੇ ਕਹਿੰਦੇ ਪ੍ਰਮਾਤਮਾ ਹੈ ਇੱਕ ਹੀ। ਜੇ ਕੋਈ ਦੂਜਾ ਹੁੰਦਾ ਪ੍ਰਮਾਤਮਾ ਤੋਂ ਇਲਾਵਾ, ਅਤੇ ਕਹਿੰਦੇ ਤਾਂ ਵੀ ਅਸੀਂ ਦੁਖੀ ਹੋਈਏ, ਪਰ ਐਸੀ ਗੱਲ ਨਹੀਂ ਹੈ। ਹੈ ਹੀ ਇੱਕ ਪ੍ਰਮਾਤਮਾ ਤੋਂ ਇਲਾਵਾ ਤਾਂ ਕੋਈ ਹੈ ਨਹੀਂ, ਕੋਈ ਦੂਜਾ ਕਰਤਾ ਤਾਂ ਹੈ ਨਹੀਂ, ਕਰਤਾ ਪੁਰਖ ਇੱਕ ਹੀ ਹੈ ਪ੍ਰਮਾਤਮਾ। ਤੋ ਘੜੀਏ ਜੇ ਅਨਿਆਏ ਕੁਮਰਤਾ, ਅਤੇ ਮਹਾਰਾਜ ਕਹਿੰਦੇ ਆ ਕਿ ਤਾਂ ਵੀ ਅਸੀਂ ਸੈਡ ਹੋਈਏ, ਦੁਖੀ ਹੋਈਏ ਜੇ ਅਨਿਆਏ ਕਰਦਾ ਹੋਵੇ, ਅਨਿਆਏ ਦੇ ਵਿੱਚ ਕਿਸੇ ਨੂੰ ਮਾਰਦਾ ਹੋਵੇ ਪਰਮਾਤਮਾ। ਹਰੇਕ ਨੂੰ ਆਪਣੇ ਆਪਣੇ ਕਰਮਾਂ ਮੁਤਾਬਕ ਸਜ਼ਾ ਜਾਂ ਸੁੱਖ ਵਿੱਚ ਇਨਾਮ ਮਿਲਦਾ ਹੈ। ਤੋ ਘੜੀਏ ਜੇ ਕਿਛ ਜਾਣੇ ਨਾਹੀਂ, ਅਤੇ ਕਹਿੰਦੇ ਤਾਂ ਅਸੀਂ ਦੁਖੀ ਹੋਈਏ ਜੇ ਪਰਮਾਤਮਾ ਸਾਡਾ ਜਾਣਦਾ ਨਹੀਂ, ਸਾਨੂੰ ਜਾਣਦਾ ਨਹੀਂ, ਸਾਡੇ ਬਾਰੇ ਨਹੀਂ ਜਾਣਦਾ। ਸਾਡੇ ਪਰਮਾਤਮਾ ਮਾਲਕ ਸਾਡਾ ਸਾਰਾ ਕੁਛ ਜਾਣਦਾ ਹੈ, ਪਿੱਛੋਂ ਤੋਂ ਲੈ ਕੇ ਹੁਣ ਤਾਈਂ ਕਿੱਥੋਂ ਅਸੀਂ ਵਿਚਰ ਕੇ ਆਏ ਹਾਂ, ਸਾਡਾ ਮਾਲਕ ਸਾਡੇ ਨਾਲ ਆ। ਕਿਆ ਘੜੀਏ ਜਾਂ ਭਰਪੂਰ ਸਮਾਹੀ, ਕਹਿੰਦੇ ਫਿਰ ਕਿਉਂ ਅਸੀਂ ਦੁਖੀ ਹੁੰਦੇ ਹਾਂ ਸੰਸਾਰ ਵਿੱਚ, ਜਦੋਂ ਉਹ ਸਾਰੇ ਪਾਸੇ ਮਾਲਕ ਸਮਾਇਆ ਹੋਇਆ ਆ, ਸਾਰਿਆਂ ਦੇ ਵਿੱਚ ਵਸਣ ਵਾਲਾ ਆ, ਉਹ ਤਾਂ ਸੁੱਖ ਸਾਰਿਆਂ ਨੂੰ ਦਿੰਦਾ। ਤੋ ਘੜੀਏ ਜੇ ਕਿਛ ਹੋਏ ਧਿਆਨ ਹੈ, ਜੇ ਮਹਾਰਾਜ ਪਰਮਾਤਮਾ ਜ਼ੁਲਮ ਕਰਦੇ ਹੋਣ ਕਿਸੇ 'ਤੇ ਤਾਂ ਵੀ ਅਸੀਂ ਦੁਖੀ ਹੋਈਏ, ਪਰ ਉਹ ਜ਼ੁਲਮ ਨਹੀਂ ਕਰਦਾ, ਉਹ ਤਾਂ ਮਾਲਕ ਪਿਆਰ ਕਰਦਾ ਸਾਰਿਆਂ ਨਾਲ। ਤੋ ਘੜੀਏ ਜੇ ਭੂਲ ਰੰਜਾਣਾ, ਜੇ ਉਹਨਾਂ ਨੇ ਭੁੱਲ ਕੇ ਸਾਨੂੰ ਕੋਈ ਦੁੱਖ ਦਿੱਤਾ ਹੋਵੇ ਤਾਂ ਵੀ ਅਸੀਂ ਦੁਖੀ ਹੋਈਏ, ਅਤੇ ਉਹ ਭੁੱਲਦਾ ਨਹੀਂ ਪਰਮਾਤਮਾ। ਇਹ ਸਾਡੇ ਕਰਮਾਂ ਮੁਤਾਬਕ ਸਾਨੂੰ ਦੁੱਖ ਸੁੱਖ ਆ। ਸਾਡਾ ਮਨ ਜਿਹੜਾ ਹੈ ਕੋਈ ਵੀ ਦੁੱਖ ਸੁੱਖ ਦੇ ਵਿੱਚ ਰਹਿੰਦਾ ਹੋਇਆ, ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ, ਇਹ ਆਨੰਦ ਵਿੱਚ ਰਹਿਣਾ ਚਾਹੀਦਾ ਹੈ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਮਹਾਰਾਜ ਕਹਿੰਦੇ ਆ ਕਿ ਗੁਰੂ ਦੁਆਰਾ ਇਹ ਸਿੱਖਿਆ ਮਿਲੀ ਕਿ ਗੁਰੂ ਨੇ ਕਿਹਾ ਆ ਕਿ ਜੋ ਕੁਛ ਹੁੰਦਾ ਹੈ ਸੰਸਾਰ 'ਤੇ ਉਹ ਸਾਰਾ ਪਰਮਾਤਮਾ ਹੀ ਕਰਨ ਵਾਲਾ ਆ, ਉਸ ਤੋਂ ਇਲਾਵਾ ਕੁਛ ਹੈ ਨਹੀਂ ਸੰਸਾਰ ਵਿੱਚ। ਤਬ ਕਾੜਾ ਛੁੜ ਅਚਿੰਤ ਹਮ ਸੋਤੇ, ਕਹਿੰਦੇ ਜਦੋਂ ਸਾਨੂੰ ਇਹ ਸਮਝ ਲੱਗ ਗਈ ਨਾ ਕਿ ਇੱਕ ਇਹ ਸਾਰੀ ਖੇਡ ਆ,
ਪਰਮਾਤਮਾ ਤੋਂ ਇਲਾਵਾ ਕੋਈ ਹੈ ਨਹੀਂ। ਸਾਡਾ ਇੱਥੇ ਸਿਰਫ ਇਸ ਖੇਡ ਵਿੱਚ ਆਉਣ ਦਾ ਮਕਸਦ ਇਹ ਹੈ ਕਿ ਅਸੀਂ ਪੰਜਾਂ ਦੂਤਾਂ ਤੋਂ ਛੁਟਕਾਰਾ ਪਾ ਕੇ ਆਪਣੇ ਘਰ ਵਿੱਚ ਚਲੀਏ। ਜਦੋਂ ਦੀ ਇਹ ਸਮਝ ਆ ਜਾਏ ਗੱਲ, ਤਬ ਕਾੜਾ ਛੁੜ ਅਚਿੰਤ ਹਮ ਸੋਤੇ। ਕਹਿੰਦੇ ਉਦੋਂ ਤੋਂ ਅਸੀਂ ਜਿਹੜਾ ਦੁੱਖ ਆ, ਸੈਡਨੈਸ ਆ, ਇਹਨੂੰ ਤਿਆਗ ਦਿੱਤਾ ਅਤੇ ਅਚਿੰਤ ਅਵਸਥਾ ਦੇ ਵਿੱਚ ਅਸੀਂ ਹੁਣ ਸੌਂਦੇ ਹਾਂ। ਅਚਿੰਤ ਅਵਸਥਾ ਉਹ ਅਵਸਥਾ ਹੈ ਜਿੱਥੇ ਅਸੀਂ ਚਿੰਤਾ ਤੋਂ ਰਹਿਤ ਹੋ ਜਾਂਦੇ, ਫੁਰਨਿਆਂ ਤੋਂ, ਵਿਚਾਰਾਂ ਤੋਂ ਰਹਿਤ ਹੋ ਜਾਂਦੇ, ਜਿਹਨੂੰ ਮਾਰੇ ਕਹਿੰਦੇ ਆ ਅਚਿੰਤ ਹਮਾਰਾ ਅਨਹਦ ਵਾਜੈ, ਅਚਿੰਤ ਹਮਾਰਾ ਗੋਬਿੰਦ ਗਾਜੈ, ਕਿ ਜਿੱਥੇ ਸਾਨੂੰ ਅੰਦਰੋਂ ਮਾਲਕ ਦੀ ਆਵਾਜ਼ ਵੀ ਸੁਣਨ ਲੱਗ ਪੈਂਦੀ ਹੈ। ਉਹ ਅਚਿੰਤ ਅਵਸਥਾ ਆ। ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ, ਕਿ ਪ੍ਰਮਾਤਮਾ ਤੂੰ ਠਾਕਰ ਆਪ ਆ, ਸਾਰੇ ਤੇਰੇ ਜੀਵ ਆ। ਜਿਉਂ ਭਾਵ ਹੈ ਤਿਉਂ ਕਰੇ ਨਿਬੇੜਾ। ਜਿਉਂ ਤੈਨੂੰ ਭਾਉਂਦਾ ਹੈ ਇਵੇਂ ਤੁਸੀਂ ਸਾਰਿਆਂ ਦਾ ਨਿਬੇੜਾ ਕਰਦੇ ਆ, ਸਾਰਿਆਂ ਦਾ ਫੈਸਲਾ ਕਰਦੇ ਆ ਦਰਗਾਹ ਦੇ ਵਿੱਚ। ਦੁਤੀਆ ਨਾਸਤ ਇੱਕ ਰਹਿਆ ਸਮਾਏ। ਕਹਿੰਦੇ ਦੂਜਾ ਤਾਂ ਕੋਈ ਹੈ ਨਹੀਂ, ਤੁਸੀਂ ਇੱਕ ਹੀ ਆ, ਸਾਰੇ ਪਾਸੇ ਸਮਾਏ ਹੋਏ, ਅਤੇ ਉਹੀ ਮਾਲਕ ਸਾਨੂੰ ਪਿਆਰ ਕਰਨ ਵਾਲਾ ਹੈ। ਰਾਖੋ ਪੈਜ ਨਾਨਕ ਸਰਣ ਆਏ। ਕਹਿੰਦੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹੋਏ ਹਾਂ, ਸਾਡੀ ਪੈਜ ਰੱਖੋ। ਜਿੰਨਾ ਚਿਰ ਜੀਵ ਸਮਝਦਾ ਹੈ ਕਿ ਪ੍ਰਮਾਤਮਾ ਸਾਡੇ ਤੋਂ ਦੂਰ ਆ, ਅਤੇ ਉਹਨੂੰ ਫਿਰ ਆਸਰਾ ਨਹੀਂ ਮਿਲਦਾ ਸੁੱਖ ਲਈ। ਹੁਣ ਜਦੋਂ ਮਨ ਦੁਖੀ ਹੁੰਦਾ ਹੈ, ਦ੍ਰਿਸ਼ਟਮਾਨ ਰੂਪ ਦੇ ਵਿੱਚ ਵਿਚਾਰ ਕਰ ਸਕਦੇ ਹਾਂ ਕਿ ਸਾਨੂੰ ਮਹਾਰਾਜ ਨੇ ਗ੍ਰਸਤੀ ਜੀਵਨ ਵੀ ਤਾਂ ਹੀ ਦਿੱਤਾ ਹੈ ਕਿ ਕਿਸੇ ਨਾਲ ਗੱਲਬਾਤ ਕਰੋ। ਜੇਕਰ ਮਨ ਦੁਖੀ ਹੁੰਦਾ ਹੈ, ਕਿਸੇ ਨਾਲ ਗੱਲਬਾਤ ਕਰਕੇ ਮਨ ਜਿਹੜਾ ਆ ਹਲਕਾ ਹੋ ਜਾਂਦਾ, ਕਿਉਂਕਿ ਉਹ ਜਿਹੜਾ ਬੋਝ ਮਨ ਤੋਂ ਲਿੱਥ ਜਾਂਦਾ ਆ। ਦੂਜਾ, ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਆਪਣੇ ਘਰ ਵਿੱਚ ਜਾ ਕੇ, ਸੁਣ ਵਿੱਚ ਜਾ ਕੇ, ਸਹਿਜ ਵਿੱਚ ਜਾ ਕੇ ਸਾਡਾ ਮਨ ਜਿਹੜਾ ਆ ਉਹ ਤਾਂ ਵੀ ਵਿਚਾਰਾਂ ਤੋਂ ਰਹਿਤ ਹੁੰਦਾ, ਤਾਂ ਵੀ ਸੁੱਖ ਉਹਨੂੰ ਮਿਲ ਜਾਂਦਾ ਹੈ, ਸੁਖੀ ਹੋਣ ਲੱਗ ਪੈਂਦਾ ਆ, ਅਸਲੀ ਸੁੱਖ ਪ੍ਰਾਪਤ ਹੋਣ ਲੱਗ ਪੈਂਦਾ। ਤਾਂ ਹੀ ਜਦੋਂ ਅਸੀਂ ਜਾਂਦੇ ਵੀ ਹਾਂ ਨਾ, ਸੌਂਦੇ ਹਾਂ, ਜਿਹੜਾ ਜੀਵ ਸੌਂਦਾ ਨਹੀਂ ਉਹ ਵਿਚਾਰਾਂ ਦੇ ਵਿੱਚ ਰਹਿੰਦਾ, ਉਹ ਹੋਰ ਦੁਖੀ ਹੁੰਦਾ ਜਾਂਦਾ ਹੈ। ਜਦੋਂ ਅਸੀਂ ਸੌਂ ਜਾਂਦੇ ਹਾਂ, ਉਂਝ ਵੀ ਸਾਡੇ ਮਨ ਜਿਹੜਾ ਆ ਉਹਨਾਂ ਨੂੰ ਬ੍ਰੇਕ ਮਿਲਦੀ ਆ ਥੋੜ੍ਹੇ ਸਮੇਂ ਲਈ ਇਸ ਤ੍ਰੈ ਗੁਣਾਂ ਤੋਂ, ਵਿਚਾਰਾਂ ਤੋਂ। ਉਹ ਤਾਂ ਵੀ ਮਨ ਜਿਹੜਾ ਆ ਸੁੱਖ ਮਹਿਸੂਸ ਕਰਨਾ। ਅਤੇ ਜੇਕਰ ਅਸੀਂ ਅਭਿਆਸ ਹੀ ਕਰਨ ਲੱਗ ਪੈਂਦੇ ਹਾਂ ਹਰੀ ਦਾ ਨਾਮ ਜਪ ਜਪ ਕੇ, ਫਿਰ ਅਸੀਂ ਸੁਣ ਵਿੱਚ ਜਾਂਦੇ, ਤਾਂ ਸਾਡਾ ਮਨ ਹੋਰ ਵੀ ਸੁੱਖ ਆਨੰਦ ਮਾਣਦਾ ਹੈ। ਜਿੰਨੇ ਜੀਵ ਇਸ ਸੰਸਾਰ ਵਿੱਚ ਆ, ਹੁਣ ਜਿਵੇਂ ਵਿਚਾਰ ਕਰ ਰਹੇ ਸੀ ਕਿ ਕਿਸੇ ਨਾਲ ਕਈ ਵਾਰੀ ਜੇ ਮਨ ਦੁਖੀ ਹੁੰਦਾ ਹੈ ਕਿਸ ਗੱਲੋਂ, ਕਿਸੇ ਨਾਲ ਗੱਲ ਕਰ ਲਓ। ਕਈ ਵਾਰੀ ਇਹ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਜਾਂ ਕਿਸੇ ਨਾਲ ਗੱਲ ਕਰਨ, ਕੋਈ ਸਾਡੀ ਗੱਲ ਸੁਣਨਾ ਨਹੀਂ ਚਾਹੁੰਦਾ। ਉੱਦਾਂ ਤਾਂ ਜੀਵ ਜਿਹੜੇ ਪਰਿਵਾਰ ਦੇ ਵਿੱਚ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇੱਕ ਦੂਸਰੇ ਦਾ ਹਾਲ ਚਾਲ ਪੁੱਛਣਾ ਚਾਹੀਦਾ ਹੈ, ਹਮੇਸ਼ਾ ਪਿਆਰ ਨਾਲ ਵਿਚਰਨਾ ਚਾਹੀਦਾ ਹੈ, ਅਤੇ ਇੱਕ ਦੂਸਰੇ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਪਰ ਕਈ ਵਾਰੀ ਨਹੀਂ ਐਸਾ ਹੁੰਦਾ, ਕੋਈ ਸਥਿਤੀ ਨਹੀਂ ਇੱਦਾਂ ਦੀ ਹੁੰਦੀ, ਅਤੇ ਪਰਮਾਤਮਾ ਤਾਂ ਸਾਡੇ ਨਾਲ ਆ, ਉਹ ਹਰ ਵਕਤ ਸਾਡੇ ਮਨ ਨੂੰ ਧੀਰਜ ਦਿੰਦੇ ਆ। ਇਹ ਜਿਹੜਾ ਦੁੱਖ ਆ, ਮਹਾਰਾਜ ਕਹਿੰਦੇ ਆ ਕਿ ਅਸਲ ਵਿੱਚ ਸੰਸਾਰ ਵਿੱਚ ਜਿੰਨੇ ਵੀ ਜੀਵ ਆਉਂਦੇ ਆ, ਇਹ ਸਾਰੇ ਪ੍ਰਦੇਸ਼ ਦੇ ਵਿੱਚ ਆ ਚੁੱਕੇ ਆ, ਅਤੇ ਅਸੀਂ ਆਪ ਹੋਰ ਦੇਸ਼ ਦੇ ਵਾਸੀ ਹਾਂ, ਅਸੀਂ 10ਵੇਂ ਆਕਾਸ਼ ਦੇ ਵਾਸੀ ਹਾਂ, ਜਿਹੜੇ ਇੱਥੇ ਆਏ ਹੋਏ ਹਾਂ ਤ੍ਰੈ ਗੁਣਾਂ ਦੇ ਵਿੱਚ। ਮਹਾਰਾਜ ਕਹਿੰਦੇ ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ, ਕਿ ਜਿੰਨੇ ਵੀ ਅਸੀਂ ਇੱਥੇ ਆਏ ਹਾਂ ਇਹ ਪਰਾਏ ਦੇਸ਼ ਦੇ ਵਿੱਚ ਆਏ ਹਾਂ, ਸਾਰੇ ਆਪਣੇ ਦੇਸ਼ ਨੂੰ ਛੱਡ ਕੇ ਇੱਥੇ ਆਇਆ ਤ੍ਰਿਲੋਕੀ ਦੇ ਵਿੱਚ। ਇਹ ਸਾਡਾ ਘਰ ਨਹੀਂ ਹੈਗਾ ਤ੍ਰਿਲੋਕੀ ਜਿਹੜੀ ਹੈ। ਕਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਕਹਿੰਦੇ ਕਿ ਜਦੋਂ ਅਸੀਂ ਕਿਸੇ ਨੂੰ ਆਪਣਾ ਉੱਦਾਂ ਦੁੱਖ ਦੱਸਦੇ ਹਾਂ ਨਾ, ਕਿਹਨੂੰ ਦੱਸੀਏ। ਅਗਲਾ ਆਪਣੇ ਦੁੱਖ ਦੇ ਵਿੱਚ ਹੁੰਦਾ ਆ, ਉਹ ਸਾਨੂੰ ਆਪਣੇ ਦੁੱਖ ਸੁਣਾਉਣ ਲੱਗ ਪੈਂਦਾ ਹੈ। ਫਿਰ ਕਹਿੰਦੇ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੇ ਬਿਦ ਮੇਰੀ ਆ। ਕਹਿੰਦੇ ਕਿ ਜਿੰਨੇ ਵੀ ਜਗਤ ਵਿੱਚ ਜੀਵ ਆਏ ਸਾਰੇ ਅਸਲ ਵਿੱਚ ਦੁਖੀ ਆ, ਅਤੇ ਮੇਰੀ ਬਿਦ ਕਿਹਨੇ ਸਮਝਣੀ ਆ। ਸਮਝਣ ਵਾਲਾ ਪਰਮਾਤਮਾ ਆ। ਭਗਤ ਫਰੀਦ ਜੀ ਫਿਰ ਦੱਸਦੇ ਗੁਰਬਾਣੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅਗ। ਭਗਤ ਫਰੀਦ ਜੀ ਕਹਿੰਦੇ ਕਿ ਦੁਖੀ ਤਾਂ ਸਾਰਾ ਸੰਸਾਰ ਆ। ਜਦੋਂ ਕਹਿੰਦੇ ਕਿ ਅਸੀਂ ਪਹਿਲਾਂ ਸੋਚਿਆ ਸੀ, ਕਹਿੰਦੇ ਕਿ ਆਪ ਮੈਂ ਦੁਖੀ ਹਾਂ, ਅਤੇ ਕਹਿੰਦੇ ਜਦੋਂ ਉਹ ਅਵਸਥਾ ਮਹਾਰਾਜ ਨੇ ਬਖਸ਼ੀ ਅਤੇ ਉੱਚੇ ਚੜ੍ਹਿਆ ਸਾਡੀ ਸੁਰਤੀ, ਜਦੋਂ ਅਸੀਂ ਫਿਰ ਸਾਰੇ ਸੰਸਾਰ ਨੂੰ ਦੇਖਿਆ ਕਿ ਇਹ ਤਾਂ ਸਾਰੇ ਜੀਵ ਜਿੰਨੇ ਵੀ ਹੈ ਦੁਖੀ ਹੈ। ਸਾਨੂੰ ਇਸ ਵੇਲੇ ਜਦੋਂ ਅਸੀਂ ਸੰਸਾਰ ਨੂੰ ਦੇਖਦੇ ਹਾਂ ਨਾ,
ਜੀਵ ਸਾਰੇ ਦਾ ਖੁਸ਼ ਹੋ ਕੇ ਮਿਲਦੇ ਆ, ਸਾਰੇ ਬਾਹਰੋਂ ਮੁਸਕਰਾਉਂਦੇ ਆ, ਪਰ ਅੰਦਰੋਂ ਕਿੰਨੇ ਦੁਖੀ ਆ ਸਾਨੂੰ ਪਤਾ ਨਹੀਂ ਹੁੰਦਾ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇੱਥੇ ਵੱਡੇ ਵੱਡੇ ਲੋਕ ਆਏ ਸੰਸਾਰ ਵਿੱਚ। ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਹੁਣ ਸਾਨੂੰ ਸਪਸ਼ਟ ਪਤਾ ਲੱਗ ਜਾਂਦਾ ਜਦੋਂ ਅਸੀਂ ਇਹਦਾ ਨਿਊਜ਼ਾਂ ਸੁਣਦੇ ਹਾਂ ਜਾਂ ਦੁਨੀਆ ਦੇ ਬਾਰੇ ਪਤਾ ਲੱਗਦਾ ਕਿ ਕਿਵੇਂ ਕਿਵੇਂ ਲੋਕ ਦੁਖੀ ਆ। ਅਤੇ ਮਹਾਰਾਜ ਨੇ ਦੱਸਿਆ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪਿਆ ਚਿੰਤਾ ਰੋਗ, ਕਿ ਅਸੀਂ ਸੋਚਦੇ ਹਾਂ ਕਿ ਲੋਕ ਜਿਹੜੇ ਆ ਸੁਖੀ ਆ, ਕਿ ਕੋਈ ਅਮੀਰ ਹੋਊਗਾ ਜਿਹੜੇ ਦਿਸਦਾ ਸਾਨੂੰ ਸੰਸਾਰ ਵਿੱਚ, ਕੋਈ ਫੇਮਸ ਹੋਊਗਾ, ਪਰ ਮਹਾਰਾਜ ਕਹਿੰਦੇ ਕਿ ਸਾਰਿਆਂ ਨੂੰ ਚਿੰਤਾ ਦਾ ਰੋਗ ਲੱਗਾ ਹੋਇਆ। ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪਿਆ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲੈ ਬੁਲਾਈ। ਕਹਿੰਦੇ ਕਿ ਜਿਹੜੇ ਅਸੀਂ ਸੋਚਦੇ ਨਾ ਲੋਕ ਦੁਨਿਆਵੀ ਤੌਰ 'ਤੇ ਲੋਕ ਸੋਚਦੇ ਆ ਕਿ ਫਲਾਨਾ ਬੜਾ ਵੱਡਾ ਬਈ ਉਹਦੇ ਕੋਲ ਦੌਲਤ ਬਹੁਤ ਆ ਜਾਂ ਫੇਮਸ ਬਹੁਤ ਆ। ਮਹਾਰਾਜ ਕਹਿੰਦੇ ਉਹ ਸਾਰੇ ਚਿੰਤਾ ਦੇ ਵਿੱਚ ਆ, ਚਿੰਤਾ ਦਾ ਰੋਗ ਲੱਗਾ ਹੋਇਆ ਸਾਰਿਆਂ ਨੂੰ। ਕਹਿੰਦੇ ਕਿ ਇਹ ਸਾਰੀ ਮਾਇਆ ਦੀ ਵਡਿਆਈ ਹੁੰਦੀ ਹੈ। ਜਿਹੜਾ ਅਸੀਂ ਦੇਖਦੇ ਨਾ ਲੋਕ ਇੱਦਾਂ ਸਮਝਦੇ ਕਿ ਫਲਾਨਾ ਵੱਡਾ ਹੈ ਜੀ, ਜਾਂ ਫਲਾਨਾ ਅਸੀਂ ਦੇਖਦੇ ਹਾਂ ਕਿ ਬੜਾ ਅਮੀਰ ਆ। ਕਹਿੰਦੇ ਇਹ ਸਾਰੀ ਮਾਇਆ ਦੀ ਵਡਿਆਈ ਹੈ, ਅਤੇ ਅਸਲ ਵਿੱਚ ਵੱਡਾ ਉਹ ਆ ਜਿਹੜਾ ਰਾਮ ਦੇ ਨਾਮ ਨਾਲ ਲਿਵ ਲਾ ਲੈ, ਰਾਮ ਨਾਲ ਲਿਵ ਲਾ ਲੈ, ਸੋ ਵੱਡਾ ਜਿਨ ਰਾਮ ਲਿਵ ਲਾਈ। ਹੁਣ ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ, ਕਹਿੰਦੇ ਕਿ ਇੱਥੇ ਦੁਨੀਆ ਦੇ ਵਿੱਚ ਵੱਡੇ ਵੱਡੇ ਦੇਵੀ ਦੇਵਤੇ, ਪੀਰ ਪੈਗੰਬਰ, ਅਵਤਾਰ ਵੀ ਆਏ, ਉਹਨਾਂ ਨੂੰ ਵੀ ਦੁੱਖ ਮਿਲਿਆ। ਜਦੋਂ ਅਸੀਂ ਗੁਰਬਾਣੀ ਨੂੰ ਫਿਰ ਪੜ੍ਹਦੇ ਹਾਂ ਨਾ, ਸਾਨੂੰ ਪਤਾ ਲੱਗਣ ਲੱਗ ਪੈਂਦਾ ਕਿ ਸਾਡੇ ਕਈ ਵਾਰੀ ਦੁੱਖ ਜਿਹੜੇ ਆ ਬਹੁਤ ਛੋਟੇ ਆ, ਜਿਹੜੇ ਅਸੀਂ ਦੁੱਖ ਸਮਝਦੇ ਹਾਂ ਸਾਡੇ ਆਪਣੇ। ਜਦੋਂ ਅਸੀਂ ਹਿਸਟਰੀ ਸੁਣਦੇ ਹਾਂ ਕਿਵੇਂ ਗੁਰਮੁਖਾਂ ਨੇ ਸ਼ਹੀਦੀਆਂ ਪਾਈਆਂ, ਜਾਂ ਕਿਵੇਂ ਵੱਖ ਵੱਖ ਅਵਤਾਰ ਆਏ, ਅਤੇ ਕਿਵੇਂ ਕਿਵੇਂ ਲੋਕ ਦੁਖੀ ਹੋਏ ਸੰਸਾਰ ਵਿੱਚ, ਜਿਹੜੇ ਅਵਤਾਰ ਸੀਗੇ ਕਿਵੇਂ ਰੋਏ, ਫਿਰ ਸਾਡੇ ਜਿਹੜੇ ਦੁੱਖ ਆ ਉਹ ਬਹੁਤ ਛੋਟੇ ਲੱਗਦੇ ਆ। ਅਤੇ ਫਿਰ ਸਾਨੂੰ ਇਹ ਵੀ ਪਤਾ ਲੱਗਦਾ ਹੈ, ਭੇਦ ਲੱਗਦਾ ਹੈ ਕਿ ਜਿਹੜੇ ਗੁਰਮੁਖ ਜਨ ਆ ਉਹ ਭਾਵੇਂ ਦੁੱਖ ਦੀ ਸਥਿਤੀ ਹੋਵੇ, ਬਾਹਰਲੇ ਪਾਸੋਂ ਸਰੀਰ ਨੂੰ ਦੁੱਖ ਦਿੱਤਾ ਜਾਵੇ, ਜਿਹੜੇ ਗੁਰਮੁਖ ਜਨ ਆ ਜਿਹਨੇ ਪੂਰਨ ਅਵਸਥਾ ਹਾਸਲ ਕੀਤੀ, ਉਹ ਫਿਰ ਵੀ ਆਪਣਾ ਮਨ ਚੜ੍ਹਦੀ ਕਲਾ ਦੇ ਵਿੱਚ ਰੱਖ ਲੈਂਦੇ। ਜਿਵੇਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ, ਜਿਵੇਂ ਗੁਰਮੁਖਾਂ ਜਨਾਂ ਨੇ ਸ਼ਹੀਦੀਆਂ ਪਾਈਆਂ, ਪਰ ਉਹ ਅਵਸਥਾ 'ਤੇ ਅਸੀਂ ਪਹੁੰਚਣਾ ਹੁੰਦਾ ਆ ਅਭਿਆਸ ਕਰਕੇ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ। ਫਿਰ ਉਹਨਾਂ ਨੇ ਵੀ ਦੇਖਿਆ ਕਿ ਪਿਛੋਕੜ ਸਤਯੁੱਗ ਤੋਂ ਲੈ ਕੇ ਕਲਯੁੱਗ ਤਾਈਂ ਕਿਵੇਂ ਕਿਵੇਂ ਲੋਕ ਵਿਚਰੇ ਅਤੇ ਕਿਵੇਂ ਇੱਥੇ ਸੰਸਾਰ ਵਿੱਚ ਦੁੱਖ ਮਿਲਦਾ। ਫਿਰ ਉਹਨਾਂ ਨੇ ਸਾਨੂੰ ਜ਼ਿਕਰ ਕੀਤਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਘਰ ਆਇਆ। ਮਹਾਰਾਜ ਨੇ ਦੱਸਿਆ ਕਿ ਜਿਹੜਾ ਇੰਦਰ ਸੀ ਉਹਨੇ ਗਲਤੀ ਕੀਤੀ, ਜਿਹਨੂੰ ਮਹਾਰਾਜ ਕਹਿੰਦੇ ਆ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਜ ਸਰੀਰ ਚਹਿਨ ਪਗ ਹੋਏ ਤਾਂ ਮਨ ਪਛੁਤਾਇਆ। ਕਿ ਇੰਦਰ ਨੇ ਅਹਿਲਿਆ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਗੌਤਮ ਰਿਸ਼ੀ ਨੇ ਬਚਨ ਕੀਤਾ, ਅਤੇ ਇੰਦਰ ਦੇ ਹਜ਼ਾਰਾਂ ਭਾਗਾਂ ਦੇ ਨਿਸ਼ਾਨ ਪੈ ਗਏ, ਹਜ਼ਾਰਾਂ ਹੀ ਭਾਗ ਉਹਦੇ ਪ੍ਰਗਟ ਹੋਏ ਸਰੀਰ 'ਤੇ। ਉਸ ਦਾ ਜ਼ਿਕਰ ਮਹਾਰਾਜ ਨੇ ਕੀਤਾ ਕਿ ਉਹ ਫਿਰ ਇੰਦਰ ਜਿਹੜਾ ਆ ਉਹ ਸ਼ਰਮ ਦੇ ਮਾਰੇ ਪਛਤਾਇਆ, ਆਪਣੇ ਪਾਪ ਕਾਰਨ ਉਹ ਰੋਇਆ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰ ਆਇਆ। ਪਰਸਰਾਮ ਉਹ ਵੀ ਅਵਤਾਰ ਸਨ, ਉਹਨਾਂ ਦੇ ਪਿਤਾ ਜੀ ਦੀ ਹੱਤਿਆ ਹੋਏ ਅਤੇ ਉਹ ਵੀ ਘਰੇ ਆ ਕੇ ਰੋਏ। ਅਤੇ ਉਹਨਾਂ ਨੇ ਫਿਰ ਜਿਹੜੇ ਦੁਸ਼ਟ ਸਨ ਉਹਨਾਂ ਨੂੰ ਸਬਕ ਵੀ ਸਿਖਾਇਆ, ਪਰ ਉਹਨਾਂ ਨੂੰ ਵੀ ਦੁੱਖ ਮਿਲਿਆ ਜਦੋਂ ਉਹ ਰੋਏ, ਜਦੋਂ ਉਹਦੇ ਪਿਤਾ ਜੀ ਦੇ ਹੱਤਿਆ ਹੋਈ। ਫਿਰ ਕਹਿੰਦੇ ਅਜੈ ਸੋ ਰੋਵੈ ਭੀਖਿਆ ਖਾਏ। ਇੱਥੇ ਜ਼ਿਕਰ ਕੀਤਾ ਰਾਜਾ ਅਜੈ ਦੀ, ਰਾਜਾ ਅਜੈ ਦੀ ਗੱਲ ਕੀਤੀ ਮਹਾਰਾਜ ਨੇ। ਕਹਿੰਦੇ ਕਿ ਉਹਨਾਂ ਨੂੰ ਆਪਣੀ ਭੀਖਿਆ ਜਿਹੜੀ ਦਿੱਤੀ ਹੋਈ ਸੀ ਉਹ ਖਾਣੀ ਪਈ। ਹੁਣ
ਇਸ ਦੇ ਬਾਰੇ ਅੱਜ ਵਿਚਾਰ ਕਰਦੇ ਹਾਂ ਕਿ ਰਾਜਾ ਅਜੇ ਕੌਣ ਸੀ। ਥੋੜ੍ਹਾ ਜਿਹਾ ਵਿਸਤਾਰ ਨਾਲ ਵਿਚਾਰ ਕਰ ਲੈਂਦੇ, ਕਿਉਂਕਿ ਇਹ ਖਾਸ ਕਰਕੇ ਜਿਹੜੀ ਕਥਾ ਹੈ ਲੱਭਣੀ ਮੁਸ਼ਕਿਲ ਆ। ਅਤੇ ਤਾਂ ਹੀ ਮਹਾਰਾਜ ਕਹਿੰਦੇ ਕਿ ਜਿੱਦਾਂ ਸਾਨੂੰ ਇੱਕ ਗੁਰਮੁਖਾਂ ਨੇ ਸਾਰੀ ਹਿਸਟਰੀ ਸੁਣਾਈ, ਤਾਂ ਹੀ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੂੰ ਨੌਲੇਜ ਹੁੰਦੀ ਹੈ ਨਾ, ਉਹਨਾਂ ਕੋਲ ਬੈਠ ਕੇ ਗੱਲ ਸੁਣਨੀ ਚਾਹੀਦੀ ਹੈ। ਜਿਹੜੀ ਗਿਆਨ ਹੁੰਦਾ ਆ, ਭਾਵੇਂ ਹਿਸਟਰੀ ਦਾ ਹੋਵੇ ਜਾਂ ਅਧਿਆਤਮਿਕ ਗਿਆਨ ਹੋਵੇ, ਕਿ ਪੜ੍ਹਿਆਂ ਪਾਸ ਬਹਿਣਾ ਚਾਹੀਦਾ ਆ ਜਿਨ੍ਹਾਂ ਨੇ ਇਹ ਸਿੱਖਿਆ ਲਈ ਹੋਵੇ। ਇੱਦਾਂ ਹੀ ਸਾਨੂੰ ਇੱਕ ਗੁਰਮੁਖਾਂ ਨੇ ਜੋ ਅਭਿਆਸ ਕਰਦੇ, ਉਹਨਾਂ ਨੇ ਸਾਨੂੰ ਇਹ ਸਟੋਰੀ ਸਾਰੀ ਸੁਣਾਈ। ਰਾਜਾ ਅਜੈ ਅਯੋਧਿਆ ਦੇ ਰਾਜੇ ਹੋਏ। ਉਹ ਸੀਗੇ ਰਾਮ ਚੰਦਰ ਜੀ ਦੇ ਦਾਦਾ ਜੀ। ਰਾਮ ਚੰਦਰ ਜੀ ਜੋ ਤ੍ਰੇਤੇ ਯੁੱਗ ਦੇ ਅਵਤਾਰ ਸਨ, ਉਹਨਾਂ ਦੇ ਦਾਦਾ ਜੀ ਦਾ ਨਾਂ ਸੀ ਰਾਜਾ ਅਜੈ। ਰਾਜਾ ਅਜੈ ਬਹੁਤ ਧਰਮੀ ਰਾਜੇ ਹੋਏ। ਅਤੇ ਜਦੋਂ ਉਹ ਜਵਾਨੀ ਦੇ ਵਿੱਚ ਸੀਗੇ, ਅਤੇ ਇੱਕ ਦਿਨ ਉਹਨਾਂ ਤੋਂ ਇੱਕ ਗਲਤੀ ਹੋਈ, ਜਿਸ ਕਾਰਨ ਕਰਕੇ ਉਹ ਫਿਰ ਬਾਅਦ 'ਚ ਉਹਨਾਂ ਨੂੰ ਪਛਤਾਵਾ ਹੋਇਆ। ਕੀ ਹੋਇਆ ਕਿ ਜਦੋਂ ਜਵਾਨੀ ਦੇ ਵਿੱਚ ਸੀਗੇ, ਉਹ ਜਿਵੇਂ ਤੁਸੀਂ ਦੇਖਦੇ ਆ ਕਿ ਸੰਸਾਰ ਵਿੱਚ ਅੱਜ ਕੱਲ੍ਹ ਜਿਹੜੇ ਨੌਜਵਾਨ ਲੜਕੇ ਹੁੰਦੇ ਆ, ਟੀਨੇਜਰ, ਕਈ ਵਾਰੀ ਸੋਚਦੇ ਨਹੀਂ ਹੁੰਦੇ ਕਿ ਗਲਤ ਕੀ ਹੈ ਅਤੇ ਸਹੀ ਕੀ ਆ, ਅਤੇ ਉਹ ਵਿਚਰਦੇ ਆ ਸੰਸਾਰ ਵਿੱਚ ਕਿਸੇ ਨਾਲ ਕਈ ਵਾਰੀ ਗੱਲਬਾਤ ਕਰਨ ਦਾ ਤਰੀਕਾ ਨਹੀਂ ਆਉਂਦਾ, ਜਾਂ ਉਹ ਪੋਲਾਈਟਨੈਸ ਨਹੀਂ ਹੁੰਦੀ। ਅਤੇ ਕਈ ਵਾਰੀ ਐਸਾ ਹੁੰਦਾ ਕਿ ਜਿਹੜੇ ਨੌਜਵਾਨ ਹੁੰਦੇ ਆ, ਛੇਤੀ ਦੇਣੀ ਚਿੜ ਜਾਂਦੇ ਆ ਇਸ ਗੱਲ 'ਤੇ। ਰਾਜਾ ਅਜੇ ਦਾ ਪਹਿਲਾਂ ਸੁਭਾਅ ਇਸ ਤਰੀਕੇ ਦਾ ਸੀ। ਕੀ ਹੋਇਆ ਕਿ ਉਹ ਘੋੜਿਆਂ ਦੇ ਤਬੇਲੇ ਦੇ ਵਿੱਚ ਘੋੜਿਆਂ ਦੀ ਜਿਹੜੀ ਲਿੱਦ ਆ ਉਹ ਚੱਕ ਰਹੇ ਸੀ, ਅਤੇ ਸਾਧੂ ਇੱਕ ਆ ਗਿਆ ਸੀ ਰਾਜ ਮਹਿਲ ਦੇ ਦੁਆਰ 'ਤੇ, ਅਤੇ ਉਹਨਾਂ ਨੇ ਆਵਾਜ਼ ਦਿੱਤੀ, ਰਾਜਨ ਭੀਖਸ਼ਮ ਦੇ ਹੀ, ਕਿ ਰਾਜਾ ਮੈਨੂੰ ਭੀਖਿਆ ਦਿਓ, ਮੈਨੂੰ ਕੁਛ ਖਾਣ ਲਈ ਚਾਹੀਦਾ। ਜਿਵੇਂ ਤੁਸੀਂ ਦੇਖਦੇ ਆ ਪੁਰਾਣੇ ਸਮੇਂ ਦੇ ਵਿੱਚ ਤਾਂ ਖਾਸ ਕਰਕੇ ਇੱਦਾਂ ਜਿਹੜੇ ਸਾਧੂ ਸੰਤ ਹੁੰਦੇ ਸੀ, ਜਿਨ੍ਹਾਂ ਨੇ ਕੋਈ ਕੁਟੀਆ ਬਣਾਈ ਹੁੰਦੀ ਸੀ ਬਾਹਰ ਜੰਗਲਾਂ ਦੇ ਵਿੱਚ, ਉਹ ਕਈ ਵਾਰੀ ਸ਼ਹਿਰ ਵਿੱਚ ਆ ਕੇ ਫਿਰ ਖਾਣਾ ਮੰਗਦੇ ਸੀ, ਅਨਾਜ ਮੰਗਦੇ ਸੀਗੇ, ਅਤੇ ਫਿਰ ਅਨਾਜ ਲੈ ਕੇ ਉਹ ਚਲੇ ਜਾਂਦੇ ਸੀ ਭੀਖਿਆ ਮੰਗਣੀ। ਅੱਜ ਕੱਲ੍ਹ ਵੀ ਇੱਦਾਂ ਚੱਲਦਾ ਹੈ। ਤੁਸੀਂ ਇੰਡੀਆ ਦੇ ਵਿੱਚ ਦੇਖੋਗੇ ਕਈ ਵਾਰੀ ਭਗਵੇਂ ਕੱਪੜਿਆਂ ਵਾਲੇ ਜਿਹੜੇ ਸਾਧੂ ਸੰਤ ਹੁੰਦੇ ਆ, ਉਹ ਆ ਜਾਂਦੇ ਆ, ਕੋਈ ਭੀਖਿਆ ਮੰਗਦਾ ਹੁੰਦਾ। ਇਹ ਜਿਹੜਾ ਸਾਧੂ ਸੀ ਰਾਜ ਮਹਿਲ ਦੇ ਦਰ 'ਤੇ ਆਇਆ, ਇਹ ਸੀਗਾ ਭਗਤੀ ਕਰਨ ਵਾਲਾ ਅਸਲੀ। ਇਹਨੇ ਜਦੋਂ ਆਵਾਜ਼ ਦਿੱਤੀ ਰਾਜਾ ਭੀਖਸ਼ਮ ਦੇ ਹੀ, ਅਤੇ ਜਿਹੜੇ ਅਹਿਲਕਾਰ ਸਨ ਉਹ ਕਹਿੰਦੇ ਕਿ ਰਾਜਾ ਜਿਹੜਾ ਆ ਉਹ ਅੰਦਰ ਨਹੀਂ ਹੈਗਾ, ਉਹ ਘੋੜਿਆਂ ਦੇ ਤਬੇਲੇ ਵੱਲ ਨੂੰ ਜਾਓ, ਉੱਥੇ ਆ। ਸੋ ਸਾਧੂ ਕਹਿੰਦੇ ਸਤ ਬਚਨ। ਉਹਨਾਂ ਨੇ ਜਾ ਕੇ ਉਹ ਘੋੜਿਆਂ ਦੇ ਜਿਹੜਾ ਤਬੇਲਾ ਸੀਗਾ ਉੱਥੇ ਖੜ੍ਹ ਗਏ, ਅਤੇ ਉੱਥੇ ਉਹਨਾਂ ਨੇ ਆਵਾਜ਼ ਦਿੱਤੀ ਰਾਜਨ ਭੀਖਸ਼ਮ ਦੇ ਹੀ, ਕਿ ਭੀਖਿਆ ਸਾਨੂੰ ਦਿਓ। ਅਤੇ ਉੱਥੇ ਰਾਜਾ ਅਜੇ ਸੀਗੇ ਕੰਮ ਕਰਦੇ, ਘੋੜਿਆਂ ਦੀ ਲਿੱਦ ਚੱਕ ਰਹੇ ਸੀ, ਅਤੇ ਉਹਨਾਂ ਨੇ ਕਿਹਾ ਕਿ ਇੱਥੇ ਨਹੀਂ ਕੁਛ ਹੈਗਾ ਤੁਹਾਨੂੰ ਦੇਣ ਲਈ। ਅਤੇ ਸਾਧੂ ਹਟੇ ਨਹੀਂ, ਉਹ ਕਹਿੰਦੇ ਨਹੀਂ ਸਾਨੂੰ ਕੁਛ ਜ਼ਰੂਰ ਦਿਓ, ਭੀਖਿਆ ਦਿਓ। ਕਹਿੰਦੇ ਨਹੀਂ ਹੈਗਾ ਕੁਛ। ਅਤੇ ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੀ ਆ ਕਿ ਜਿਹੜੇ ਨੌਜਵਾਨ ਹੁੰਦੇ ਆ, ਉਹਨਾਂ ਨੂੰ ਮਾੜਾ ਜਿਹਾ ਕੰਮ ਕਈ ਵਾਰੀ ਦੱਸ ਦਿਓ, ਜਾਂ ਉਹ ਛੇਤੀ ਦੇਣੀ ਕੋਈ ਸਲਾਹ ਵੀ ਦੇ ਦਿਓ, ਤਾਂ ਕਈ ਵਾਰੀ ਉਹ ਚਿੜ ਜਾਂਦੇ ਆ। ਜਵਾਨੀ ਦੇ ਵਿੱਚ ਕਈ ਵਾਰੀ ਜੀਵ ਜਿਹੜਾ ਸੋਚਦਾ ਨਹੀਂ ਹੁੰਦਾ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਅਤੇ ਜਦੋਂ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਕਈ ਜੀਵ ਹੁੰਦੇ ਆ, ਉਹ ਇੱਕ ਦੂਸਰੇ ਨੂੰ ਸਲਾਹ ਵੀ ਦਿੰਦੇ ਆ, ਕਈ ਵਾਰੀ ਸਾਨੂੰ ਬਜ਼ੁਰਗ ਸਲਾਹ ਦੇ ਦਿੰਦੇ ਆ, ਅਤੇ ਅਸੀਂ ਸੋਚਦੇ ਨਹੀਂ ਹੁੰਦੇ, ਅਸੀਂ ਚਿੜ ਜਾਂਦੇ ਹਾਂ ਉਹਨਾਂ ਦੀ ਗੱਲ 'ਤੇ। ਅਤੇ ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਕਿ ਸਿਆਣੇ ਦਾ ਕਹਾ ਅਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਆ। ਇਵੇਂ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਉਮਰ ਦੇ ਵਿੱਚ, ਫਿਰ ਸਾਨੂੰ ਪਤਾ ਲੱਗਦਾ ਜੇ ਸਿਆਣੇ ਆ ਉਹ ਸਹੀ ਕਹਿ ਰਹੇ ਸੀ। ਕਈ ਵਾਰੀ ਅਸੀਂ ਇੱਕ ਦੂਸਰੇ ਨੂੰ ਸਲਾਹ ਦਿੰਦੇ ਹਾਂ, ਅਤੇ ਜਦੋਂ ਅਸੀਂ ਕਿਸੇ ਨੂੰ ਸਲਾਹ ਦਿੰਦੇ, ਕਿਸੇ ਨੇ ਮੰਨਣੀ ਹੁੰਦੀ, ਕਿਸੇ ਨੇ ਨਹੀਂ ਮੰਨਣੀ ਹੁੰਦੀ। ਜਿਹੜਾ ਸਿਆਣਾ ਹੁੰਦਾ ਆ ਉਹਨੂੰ ਵੀ ਸਮਝਣਾ ਚਾਹੀਦਾ ਹੁੰਦਾ ਕਈ ਵਾਰੀ ਕਿ ਜਦੋਂ ਅਸੀਂ ਕਿਸੇ ਨੂੰ ਸਲਾਹ ਦਿੰਦੇ ਹਾਂ, ਅਤੇ ਅਗਲੇ ਦੀ ਮਰਜ਼ੀ ਆ ਮੰਨਣਾ ਕਿ ਨਹੀਂ।
ਸਾਡੇ ਮਨ 'ਚ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਕਿ ਅਗਲੇ ਨੇ ਮੰਨੇ ਕਿ ਨਹੀਂ। ਕਈਆਂ ਨੇ ਆਪਣੇ ਐਕਸਪੀਰੀਅੰਸ ਤੋਂ ਕੁਝ ਸਿੱਖਣਾ ਹੁੰਦਾ ਆ, ਕਈਆਂ ਨੇ ਗੱਲ ਮੰਨ ਕੇ ਸਿੱਖ ਲੈਣਾ ਹੈ। ਅਤੇ ਜੇ ਕੋਈ ਨਹੀਂ ਗੱਲ ਮੰਨਦਾ ਅਤੇ ਕੀ ਹੁੰਦਾ ਹੈ ਕਿ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੈ। ਸਾਡੇ ਮਨ 'ਚ ਜਿਹੜਾ ਦੁੱਖ ਨਹੀਂ ਹੋਣਾ ਚਾਹੀਦਾ। ਜੇ ਕੋਈ ਕਿਸੇ ਨੂੰ ਅਸੀਂ ਸਲਾਹ ਦਿੰਦੇ ਹਾਂ ਜਾਂ ਸਾਨੂੰ ਕੋਈ ਜੇ ਸਲਾਹ ਦਿੰਦਾ ਹੈ, ਸਾਨੂੰ ਛੇਤੀ ਦੇਣੀ ਚਿੜਨਾ ਨਹੀਂ ਚਾਹੀਦਾ। ਅਗਲਾ ਸਾਡੇ ਭਲੇ ਲਈ ਕੋਈ ਕਹਿੰਦਾ ਹੋਊਗਾ। ਅਤੇ ਇੱਦਾਂ ਆਪਣੇ ਮਨ ਨੂੰ ਹਮੇਸ਼ਾ ਸਹਿਜ 'ਚ ਰੱਖਣਾ ਹੁੰਦਾ। ਇੱਥੇ ਕੀ ਹੋਇਆ, ਰਾਜਾ ਅਜੈ ਨੂੰ ਗੁੱਸਾ ਚੜ੍ਹ ਗਿਆ। ਤੀਜੀ ਵਾਰੀ ਜਦੋਂ ਸਾਧੂ ਨੇ ਕਿਹਾ ਕਿ ਮੈਨੂੰ ਭਿਕਸ਼ਾ ਦੇ ਦਿਓ, ਉਹਨਾਂ ਨੇ ਕੀ ਕੀਤਾ ਕਿ ਘੋੜੇ ਦੀ ਜਿਹੜੀ ਲਿੱਦ ਚੱਕਦੇ ਸੀਗੇ, ਉਹਨਾਂ ਨੇ 2 ਹੱਥ ਇੱਕ ਬੁੱਕ ਭਰ ਕੇ ਸਾਧੂ ਦੀ ਝੋਲੀ 'ਚ ਪਾ ਦਿੱਤਾ। ਕਹਿੰਦੇ ਆ ਲੈ। ਉਹ ਸਾਧੂ ਸੀਗਾ ਸਹਿਜ ਵਿੱਚ। ਉਹਨਾਂ ਨੇ ਕਿਹਾ 7 ਬਚਨ। ਅਤੇ ਸਾਧੂ ਨੂੰ ਅੰਦਰੋਂ ਸੀਗਾ ਕਿ ਇਸ ਰਾਜੇ ਨੂੰ ਸਮਝਾਉਣਾ ਚਾਹੀਦਾ ਕਿ ਇਹ ਵਰਤਾਅ ਜਿਹੜਾ ਕਰਨਾ ਇਹ ਸਹੀ ਨਹੀਂ ਹੈ। ਉਹਨਾਂ ਨੇ ਇਹ ਘੋੜੇ ਦੀ ਜਿਹੜੀ ਲਿੱਦ ਝੋਲੀ 'ਚ ਪਵਾ ਲਏ ਅਤੇ ਸਾਧੂ ਚਲੇ ਗਿਆ ਕਹਿ ਕੇ 7 ਬਚਨ। ਕਈ ਸਾਲਾਂ ਬਾਅਦ ਰਾਜਾ ਅਜੇ ਵੱਡੇ ਹੋ ਗਏ। ਬੜੇ ਧਰਮੀ ਰਾਜਾ ਸਨ। ਧਰਮਾਤਮਾ ਰਾਜਾ ਸੀ। ਉਹ ਬੜੇ ਬ੍ਰਹਮ ਦੀਆਂ ਗੱਲਾਂ ਕਰਦੇ ਸਨ, ਲੋਕਾਂ ਨੂੰ ਬ੍ਰਹਮ ਦੀ ਵਿਚਾਰ ਸੁਣਾਉਣ। ਹੁਣ ਜਿਵੇਂ ਅਸੀਂ ਵੀ ਦੇਖਦੇ ਹਾਂ ਕਿ ਜਦੋਂ ਅਸੀਂ ਟੀਨੇਜਰ ਸੀਗੇ, ਸਾਡਾ ਸੁਭਾਅ ਹੋਰ ਸੀਗਾ। ਜਿਉਂ-ਜਿਉਂ ਅਸੀਂ ਉਮਰ ਦੇ ਵਿੱਚ ਵੱਧਦੇ ਜਾਂਦੇ ਹਾਂ, ਸਾਨੂੰ ਸਿਆਣਿਆਂ ਤੋਂ, ਗੁਰਬਾਣੀ ਤੋਂ ਜੋ ਸਿੱਖਿਆ ਮਿਲਦੀ ਆ, ਉਸ ਮੁਤਾਬਕ ਫਿਰ ਸਾਡਾ ਜਿਹੜਾ ਸੁਭਾਅ ਹੈ ਤਬਦੀਲ ਹੁੰਦਾ ਆ। ਸਾਡੇ ਵਿੱਚ ਪੇਸ਼ੈਂਸ ਆਉਂਦੀ ਆ, ਸਾਡੇ ਜਿਹੜਾ ਪਰਸਨੈਲਿਟੀ ਦੇ ਵਿੱਚ ਚੇਂਜ ਆਉਂਦੀ ਹੈ। ਜਵਾਨੀ ਦੇ ਵਿੱਚ ਜਿਹੜੇ ਅਸੀਂ ਵਿਚਰਦੇ ਹੁੰਦੇ ਹਾਂ, ਉਹ ਅਸੀਂ ਕਈ ਵਾਰੀ ਸੋਚਦੇ ਨੇ ਕਿ ਅਸੀਂ ਕਿੱਦਾਂ ਕਿਸੇ ਨਾਲ ਵਰਤਾਅ ਕਰਦੇ ਹਾਂ, ਕਿੱਦਾਂ ਕਿਸੇ ਨਾਲ ਬੋਲਦੇ ਹਾਂ। ਬਾਅਦ 'ਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਇਹ ਸਹੀ ਨਹੀਂ। ਰਾਜਾ ਅਜੈ ਜੀ ਵੱਡੇ ਹੋ ਗਏ ਅਤੇ ਬੜੇ ਧਰਮੀ ਰਾਜੇ ਹੋਏ। ਬ੍ਰਹਮ ਦੀਆਂ ਗੱਲਾਂ ਕਰਦੇ ਸਨ, ਸਾਰਿਆਂ ਨੂੰ ਸੁਣਾਉਂਦੇ ਸੀਗੇ ਵਿਚਾਰ। ਅਤੇ ਕੀ ਹੋਇਆ ਕਿ ਇੱਕ ਦਿਨ ਜੰਗਲਾਂ ਦੇ ਵਿੱਚ ਆਪਣੇ ਜਾ ਰਹੇ ਸੀਗੇ ਸੈਨਿਕਾਂ ਨਾਲ ਬਾਹਰ ਜਾ ਰਹੇ ਸੀ, ਜਿੱਦਾਂ ਸ਼ਿਕਾਰ ਖੇਡਦੇ ਹੁੰਦੇ ਆ ਜਿਹੜੇ ਰਾਜੇ ਆ। ਅਤੇ ਇੱਕ ਜਗ੍ਹਾ ਆਈ ਓਪਨ ਜਿਹੀ, ਜਿੱਥੇ ਘੋੜਿਆਂ ਦੀ ਲਿੱਦ ਦਾ ਚੰਗਾ ਸਾਰਾ ਢੇਰ ਲੱਗਾ ਹੋਇਆ ਸੀ। ਅਤੇ ਉਹ ਹੈਰਾਨ ਹੋ ਗਏ, ਕਹਿੰਦੇ ਕਿ ਇਹ ਓਪਨ ਜਿਹੀ ਜਗ੍ਹਾ ਦੇ ਵਿੱਚ ਇੰਨਾ ਢੇਰ ਆ, ਇਹ ਗੱਲ ਕੀ ਆ? ਕਿ ਉਹ ਸੋਚਣ ਲੱਗ ਪਿਆ ਕਿ ਇੱਥੇ ਕੋਈ ਛਾਉਣੀ ਹੋਊਗੀ, ਘੋੜਿਆਂ ਦੀ ਛਾਉਣੀ ਹੋਊਗੀ, ਜਾਂ ਇੱਥੇ ਕੋਈ ਆਰਮੀ ਆਈ ਹੋਊਗੀ, ਜਾਂ ਪਤਾ ਲਗਾਈਏ। ਅਤੇ ਉਹਨਾਂ ਨੇ ਆਪਣੇ ਸੈਨਿਕ ਭੇਜੇ, ਕਹਿੰਦੇ ਕਿ ਇੱਦਾਂ ਕਰੋ, ਸਾਰੇ ਵੱਖ-ਵੱਖ ਜਗ੍ਹਾ ਜਾਓ ਇਸ ਇਲਾਕੇ ਦੇ ਵਿੱਚ, ਵੱਖ-ਵੱਖ ਦਿਸ਼ਾ ਦੇ ਵਿੱਚ, ਅਤੇ ਪਤਾ ਲਗਾਓ ਕਿ ਗੱਲ ਕੀ ਆ। ਫਿਰ ਇੱਕ ਸੈਨਿਕ ਵਾਪਸ ਆਇਆ, ਕਹਿੰਦੇ ਕਿ ਸਾਨੂੰ ਕੁਛ ਲੱਭਿਆ ਨਹੀਂ, ਘੋੜੇ ਤੋਂ ਵਾਲੇ ਸਾਨੂੰ ਦਿਸੇ ਨਹੀਂ, ਪਰ ਇੱਕ ਸਾਧੂ ਦੀ ਕੁਟੀਆ ਆ ਅਤੇ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ। ਰਾਜਾ ਅਜੈ ਕਹਿੰਦੇ ਕਿ ਚਲੋ ਉਹਨਾਂ ਨੂੰ, ਸਾਧੂ ਨੂੰ ਮਿਲਦੇ ਹਾਂ, ਉਹਨਾਂ ਦੇ ਦਰਸ਼ਨ ਕਰਦੇ ਹਾਂ ਜਾ ਕੇ। ਅਤੇ ਜਦੋਂ ਉਹ ਸਾਧੂ ਦੇ ਸਨਮੁਖ ਹੋਏ, ਰਾਜਾ ਅਜੈ ਜੀ ਨੂੰ ਉਹਨਾਂ ਦੀ ਪਛਾਣ ਨਹੀਂ ਸੀਗੀ, ਕਿ ਕੋਈ ਚਿਰ ਹੋ ਗਿਆ ਸੀਗਾ ਕਿ ਜਦੋਂ ਉਹਨਾਂ ਦੇ ਦਰ 'ਤੇ ਇਹੀ ਸਾਧੂ ਭਿਖਿਆ ਲੈਣ ਆਏ ਸੀ। ਉਸ ਸਾਧੂ ਨੇ ਰਾਜਾ ਅਜੈ ਨੂੰ ਪਛਾਣ ਲਿਆ ਕਿ ਇਹ ਉਹੀ ਰਾਜਾ ਹੈ ਜਿਹਨੇ ਮੈਨੂੰ ਦਾਨ ਦੇ ਵਿੱਚ ਘੋੜਿਆਂ ਦੀ ਲਿੱਦ ਦਿੱਤੀ ਸੀ। ਅਤੇ ਜਦੋਂ ਰਾਜਾ ਅਜੈ ਜੀ ਸਨਮੁਖ ਹੋਏ ਤਾਂ ਉਹਨਾਂ ਨੇ ਸਾਧੂ ਨੂੰ ਨਮਸਕਾਰ ਕੀਤੀ। ਸਾਧੂ ਨੂੰ ਪੁੱਛਣ ਲੱਗ ਪਏ ਕਿ ਮਹਾਤਮਾ ਜੀ, ਸਾਨੂੰ ਦੱਸੋ ਕਿ ਇੱਥੇ ਇੱਕ ਵੱਡਾ ਸਾਰਾ ਢੇਰ ਪਿਆ ਹੋਇਆ ਘੋੜਿਆਂ ਦੀ ਲਿੱਦ ਦਾ, ਅਤੇ ਇਹ ਕਿੱਥੋਂ ਆਇਆ? ਸਾਧੂ ਹੱਸ ਪਏ, ਕਹਿੰਦੇ ਇੱਦਾਂ ਆ ਕਿ ਇਹ ਜਿਹੜਾ ਢੇਰ ਆ, ਇਹ ਜਿਹੜਾ ਤੂੰ 19 ਸਾਲ ਪਹਿਲਾਂ ਦਾਨ ਦਿੱਤਾ ਸੀਗਾ ਮੈਨੂੰ, ਇਹ ਉਹ ਆ। ਇਹ ਹੁਣ ਜਿੱਦਾਂ ਕਿ ਹੁੰਦਾ, ਜਦੋਂ ਅਸੀਂ ਕਿਸੇ ਨੂੰ ਦਾਨ ਦਿੰਦੇ ਆ, ਉਹਦਾ ਜਿਹੜਾ ਫਲ ਹੁੰਦਾ ਆ ਉਹ ਵੱਧਦਾ ਹੈ। ਜਦੋਂ ਅਸੀਂ ਕਿਸੇ ਨੂੰ ਭੁੱਖੇ ਨੂੰ ਰਜਾਉਂਦੇ ਹਾਂ, ਤਾਂ ਉਹ ਕਈ ਗੁਣਾ ਜ਼ਿਆਦਾ ਸਾਡਾ ਜਿਹੜਾ
ਦਾਨ ਦਿੱਤਾ ਹੁੰਦਾ ਉਹ ਵੱਧਦਾ ਇਸ ਤਰੀਕੇ ਦੇ ਨਾਲ ਹੈ ਕਿ ਸਾਨੂੰ ਜ਼ਿਆਦਾ ਫਲ ਮਿਲਦਾ ਹੈ। ਕਹਿੰਦੇ ਰਾਜਾ ਅਜੇ ਨੂੰ ਕਿ ਇਹ ਤੂੰ ਦਾਨ ਜਿਹੜਾ ਘੋੜੇ ਦੀ ਲਿੱਤ ਦਾ ਮੈਨੂੰ ਦਿੱਤਾ ਸੀ, ਇਹ ਉਹ ਆ ਵੱਧ ਕੇ ਇਹਦਾ ਵੱਡਾ ਢੇਰ ਬਣ ਗਿਆ। ਰਾਜਾ ਅਜੈ ਜੀ ਜਦੋਂ ਇੱਦਾਂ ਉਹਨਾਂ ਨੇ ਕਿਹਾ, ਉਹਨਾਂ ਨੂੰ ਯਾਦ ਆ ਗਿਆ ਕਿ ਇਹ ਤਾਂ ਉਹ ਸਾਧੂ ਹੋਏ, ਅਤੇ ਉਹਨਾਂ ਨੇ ਹੱਥ ਜੋੜੇ। ਕਹਿੰਦੇ ਕਿ ਇਹ ਕਿਵੇਂ ਆ? ਤਾਂ ਫਿਰ ਉਹ ਸਾਧੂ ਨੇ ਇੱਦਾਂ ਸਮਝਾਇਆ ਕਿ ਇੱਦਾਂ ਹੀ ਫਲ ਵੱਧਦਾ ਹੁੰਦਾ ਜਿਹੜੇ ਦਾਨ ਦਿੱਤਾ ਹੁੰਦਾ। ਅਤੇ ਕਹਿੰਦੇ ਕਿ ਅੱਛਾ, ਕਹਿੰਦੇ ਕਿ ਹੁਣ ਜਿਹੜਾ ਫਲ ਅਸੀਂ ਕਿਸੇ ਨੂੰ ਦਿੰਦੇ ਹਾਂ ਨਾ, ਉਹ ਫਲ ਸਾਨੂੰ ਵਾਪਸ ਮਿਲਦਾ ਹੁੰਦਾ। ਕਹਿੰਦੇ ਕਿ ਇਹ ਜਿਹੜਾ ਢੇਰ ਆ, ਇਹ ਸਾਰਾ ਤੈਨੂੰ ਹੁਣ ਕੰਜ਼ਿਊਮ ਕਰਨਾ ਪੈਣਾ, ਤੈਨੂੰ ਇਹ ਖਾਣਾ ਪੈਣਾ ਆ। ਜਿੱਦਾਂ ਅਗਲੇ ਜਨਮ 'ਚ ਭਾਵੇਂ ਜਾਈਂ ਅਤੇ ਉੱਥੇ ਕੋਈ ਜੀਵ ਜੰਤੂ ਬਣ ਕੇ ਸਾਰਾ ਤੂੰ ਗ੍ਰਹਿਣ ਕਰਨਾ ਆ, ਜਾਂ ਤੂੰ ਇਸ ਜਨਮ 'ਚ ਗ੍ਰਹਿਣ ਕਰਨਾ। ਅਤੇ ਰਾਜਾ ਅਜੇ ਜੀ ਨੇ ਹੱਥ ਜੋੜ ਲਏ, ਕਹਿੰਦੇ ਕਿ ਮਹਾਤਮਾ ਜੀ ਮੇਰੇ ਤੋਂ ਗਲਤੀ ਹੋ ਗਈ ਸੀ, ਮੈਨੂੰ ਮਾਫ਼ ਕਰਿਓ। ਕਹਿੰਦੇ ਕਿ ਹੁਣ ਤਾਂ ਇਹ ਕਰਮ ਆ ਕੀਤਾ ਹੋਇਆ ਨਾ, ਕਰਮ ਤਾਂ ਭੁਗਤਣਾ ਹੀ ਪੈਣਾ ਆ। ਅਤੇ ਉਹ ਕਹਿਣ ਕਿ ਇੱਦਾਂ ਕਰੋ ਕਿ ਰਾਜਾ ਅਜੇ ਜੀ ਨੇ ਬੇਨਤੀ ਕੀਤੀ ਮਹਾਤਮਾ ਕੋਲ ਕਿ ਤੁਸੀਂ ਮੈਨੂੰ ਕੋਈ ਸਾਧਨ ਦੱਸੋ ਜਿਸ ਦੁਆਰਾ ਇਹ ਮੈਨੂੰ ਗ੍ਰਹਿਣ ਨਾ ਕਰਨਾ ਪਵੇ, ਇਹ ਮੈਨੂੰ ਖਾਣਾ ਨਾ ਪੈ ਜਾਏ, ਨਾ ਮੈਨੂੰ ਅਗਲੇ ਜਨਮ 'ਚ ਜਾਣਾ ਪਵੇ। ਦੇਖੋ ਰਾਜਾ ਧਰਮਾਤਮਾ ਸੀ ਉਸ ਵੇਲੇ ਹੋਇਆ ਕਿ ਉਹਨੂੰ ਪਤਾ ਸੀਗਾ ਕਿ ਮੈਂ ਅਗਲਾ ਜਨਮ ਨਹੀਂ ਚਾਹੁੰਦਾ, ਮੈਂ ਚਾਹੁੰਦਾ ਕਿ ਪ੍ਰਮਾਤਮਾ ਨਾਲ ਮਿਲਾਪ ਕਰ ਲਵਾਂ ਅਤੇ ਮੁੜ ਕੇ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਆਉਣਾ ਪਵੇ। ਉਹਨੂੰ ਸਮਝ ਲੱਗ ਗਈ ਕਿ ਜੋ ਸਾਧੂ ਕਹਿ ਰਿਹਾ ਸੱਚ ਆ। ਅਤੇ ਸਾਧੂ ਨੇ ਫਿਰ ਦੱਸਿਆ, ਕਹਿੰਦੇ ਕਿ ਇੱਦਾਂ ਆ, ਜੇ ਤੂੰ ਇੱਦਾਂ ਕੋਈ ਵਿਧੀ ਅਪਣਾ ਜਿਸ ਦੁਆਰਾ ਲੋਕ ਤੇਰੀ ਨਿੰਦਿਆ ਚੁਗਲੀ ਕਰਨ, ਅਤੇ ਇਹ ਜਿਹੜਾ ਢੇਰ ਆ ਘੱਟ ਜਾਊਗਾ। ਰਾਜਾ ਜੀ ਨੇ ਫਿਰ ਸਲਾਹ ਕੀਤੀ, ਆਪਣੇ ਅੰਦਰ ਇਹ ਸੋਚਣ ਲੱਗ ਪਿਆ ਕਿ ਹਾਂਜੀ ਇੱਦਾਂ ਹੀ ਕਰਦਾ ਹਾਂ। ਉਹਨੇ ਕੀ ਕੀਤਾ ਕਿ ਆਪਣੇ ਰਾਜਧਾਨੀ ਵਾਪਸ ਗਿਆ, ਅਯੋਧਿਆ ਗਿਆ, ਅਤੇ ਉਹਨੇ ਕੱਪੜੇ ਵੱਖਰੇ ਜਿਹਾ ਪਹਿਨ ਲਏ, 2 ਲੜਕੀਆਂ ਨਾਲ ਰੱਖ ਲਈਆਂ, ਅਤੇ ਇੱਕ ਬਰਤਨ ਭਰ ਲਿਆ, ਜਿਵੇਂ ਜੱਗ ਭਰੀ ਦਾ ਹੁੰਦਾ ਆ ਕਿਸੇ ਵੀ ਵਸਤੂ ਨਾਲ। ਉਹਨਾਂ ਨੇ ਬਰਤਨ ਭਰ ਲਿਆ ਪਾਣੀ ਨਾਲ, ਪਰ ਉਹ ਐਕਟਿੰਗ ਇਸ ਤਰੀਕੇ ਨਾਲ ਕਰਨ ਲੱਗ ਪਏ ਕਿ ਜਿਵੇਂ ਕਿ ਉਹ ਸ਼ਰਾਬ ਪੀਂਦੇ ਹੋਣ। ਸੋ ਰਾਜਾ ਅਜੈ ਕੀ ਕਰਨ ਲੱਗ ਪਿਆ ਕਿ ਉਹ 2 ਲੜਕੀਆਂ ਲੈ ਕੇ, ਇੱਕ ਹੱਥ 'ਚ ਬਰਤਨ ਫੜ ਕੇ ਉਹ ਬਾਹਰ ਸ਼ਰਾਬੀਆਂ ਵਾਂਗ ਵਿਚਰਨ ਲੱਗ ਪਏ ਆਪਣੇ ਰਾਜਧਾਨੀ ਦੇ ਵਿੱਚ। ਲੋਕੀ ਹੈਰਾਨ ਹੋ ਗਏ, ਲੋਕੀ ਕਹਿਣ ਕਿ ਇਹ ਰਾਜੇ ਨੂੰ ਕੀ ਹੋਇਆ, ਬ੍ਰਹਮ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਅਤੇ ਇਹ ਹੁਣ ਇੱਥੇ ਸ਼ਰਾਬੀ ਹੋ ਕੇ ਵਿਚਰਦਾ ਆ। ਹੁਣ ਲੋਕਾਂ ਨੂੰ ਇਹ ਤਾਂ ਪਤਾ ਨਹੀਂ ਸੀਗਾ ਕਿ ਤਾਂ ਹੀ ਤਾਂ ਕਿਹਾ ਹੁੰਦਾ ਹੈ ਕਿ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ। ਕਈ ਵਾਰੀ ਅੱਖੀ ਦੇਖੀ ਚੀਜ਼ ਵੀ ਨਾ ਅਸਲੀਅਤ ਨਹੀਂ ਹੁੰਦੀ। ਹੁਣ ਰਾਜਾ ਅਜੇ ਨੇ ਜਾਣ ਕੇ ਉਹ ਪਾਖੰਡ ਕੀਤਾ ਹੋਇਆ ਸੀਗਾ ਕਿ ਲੋਕੀ ਮੇਰੀ ਨਿੰਦਿਆ ਚੁਗਲੀ ਕਰਨ, ਅਤੇ ਉਹ ਲੋਕ ਸੱਚੀ ਸਮਝਣ ਲੱਗ ਪਏ ਕਿ ਸੱਚੀ ਸ਼ਰਾਬੀ ਹੋ ਗਿਆ, ਉਹ ਨਿੰਦਿਆ ਚੁਗਲੀ ਕਰਨ ਲੱਗ ਪਏ ਰਾਜਾ ਅਜੇ ਦੀ। ਅਤੇ ਜਿਉਂ-ਜਿਉਂ ਨਿੰਦਿਆ ਚੁਗਲੀ ਕਰਨ, ਅਤੇ ਉਹ ਜਿਹੜਾ ਢੇਰ ਉਹ ਖਤਮ ਹੁੰਦਾ ਜਾਏ। ਉਸ ਕਥਾ ਦੇ ਵਿੱਚ ਮੰਨਿਆ ਜਾਂਦਾ ਆ ਕਿ ਉਹ ਢੇਰ ਦਾ ਜਿਹੜਾ ਕੰਜ਼ਿਊਮ ਕਰ ਰਹੇ ਸੀਗੇ, ਉਹ ਸਾਰੇ ਲੋਕ ਜਿਹੜੀ ਨਿੰਦਿਆ ਚੁਗਲੀ ਕਰਦੇ ਸੀ, ਉਹ ਆਪ ਉਸ ਨੂੰ ਗ੍ਰਹਿਣ ਕਰ ਰਹੇ ਸੀਗੇ ਸੂਖਮ ਰੂਪ ਦੇ ਵਿੱਚ। ਅਰਥਾਤ ਕਿ ਜੋ ਪਾਪ ਕੀਤਾ ਸੀ ਰਾਜਾ ਅਜੈ ਨੇ, ਉਹਦਾ ਫਲ ਉਹ ਸਾਰੇ ਜੀਵ ਗ੍ਰਹਿਣ ਕਰ ਰਹੇ ਸੀਗੇ, ਉਹਨਾਂ ਨੂੰ ਵੀ ਨਹੀਂ ਪਤਾ ਸੀਗਾ। ਉਹ ਜਿਉਂ-ਜਿਉਂ ਰਾਜਧਾਨੀ ਦੇ ਵਿੱਚ ਨਿੰਦਿਆ ਚੁਗਲੀ ਹੋਈ ਗਈ, ਅਤੇ ਰਾਜਾ ਅਜੈ ਜੀ ਸਮਾਂ ਖੁਸ਼ ਹੋਏ, ਅਤੇ ਉਹਨਾਂ ਨੇ ਜਾ ਕੇ ਦੇਖਿਆ, ਸਾਧੂ ਕੋਲ ਗਏ ਕਿ ਢੇਰ ਬਹੁਤ ਘੱਟ ਗਿਆ। ਅਤੇ ਕੀ ਹੋਇਆ ਕਿ ਉਨਾ ਕੁ ਰਹਿ ਗਿਆ ਜਿੰਨਾ ਪਹਿਲਾਂ ਦਾਨ ਕੀਤਾ ਹੋਇਆ ਸੀ ਸਾਧੂ ਨੂੰ ਜਵਾਨੀ ਦੇ ਵਿੱਚ। ਅਤੇ ਰਾਜਾ ਅਜੈ ਜੀ ਜਦੋਂ ਸਾਧੂ ਨੂੰ ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਆਹ ਜਿਹੜੇ ਬੁੱਕ ਭਰ ਕੇ ਢੇਰ ਦਿੱਤਾ ਸੀ ਤੁਹਾਨੂੰ ਪਹਿਲਾਂ, ਉਨਾ ਕੀ ਰਹਿ ਗਿਆ, ਇਹ ਕਾਹਤੋਂ ਨਹੀਂ ਖਤਮ ਹੋ ਰਿਹਾ? ਕਹਿੰਦੇ ਕਿ ਤੇਰੇ ਰਾਜ ਦੇ ਵਿੱਚ ਨਾ ਇੱਕ ਧੋਬੀ ਰਹਿੰਦਾ ਆ, ਉਹ ਨਿੰਦਿਆ ਨਹੀਂ ਕਰਦਾ ਤੇਰੀ, ਤੂੰ ਜੇ ਉਹਦੇ ਤੋਂ ਵੀ ਨਿੰਦਿਆ ਕਰਾ ਲੈ ਨਾ, ਅਤੇ ਤੇਰਾ ਇਹ ਵੀ ਘੱਟ ਜਾਊਗਾ। ਅਤੇ ਕੀ ਹੋਇਆ ਕਿ ਉਹ ਧੋਬੀ ਦੇ ਘਰ ਦੇ ਸਾਹਮਣੇ ਰਾਜਾ ਅਜੈ ਜੀ ਫਿਰ ਆਪਣਾ ਵੇਸ ਬਦਲ ਕੇ
ਲੜਕੀਆਂ ਨੂੰ ਲੈ ਕੇ ਜੱਗ ਫੜ ਕੇ ਪਾਣੀ ਦਾ, ਉਹ ਸ਼ਰਾਬੀਆਂ ਵਾਂਗ ਐਕਟਿੰਗ ਕਰਨ ਲੱਗ ਪਏ। ਉਹ ਧੋਬੀ ਸੀਗਾ ਨਾਮ ਜਪਣ ਵਾਲਾ, ਉਹ ਡੋਰ ਨਾ ਖੋਲ੍ਹੇ, ਰਾਜਾ ਅਜੇ ਜੀ ਉੱਥੇ ਸਾਹਮਣੇ ਬੂਹੇ ਦੇ ਖੜਕਾਈ ਜਾਣ, ਨਾਲੇ ਉੱਥੇ ਐਕਟਿੰਗ ਕਰਨ, ਅਤੇ ਧੋਬੀ ਨੇ ਆਖਿਰਕਾਰ ਡੋਰ ਖੋਲ੍ਹ ਲਏ। ਡੋਰ ਖੋਲ੍ਹ ਕੇ ਰਾਜਾ ਅਜੇ ਜੀ ਨੂੰ ਕਹਿੰਦਾ ਕਿ ਤੁਸੀਂ ਜੋ ਮਰਜ਼ੀ ਕਰੋ, ਮੈਂ ਨਹੀਂ ਘੋੜਿਆਂ ਦੀ ਲਿੱਦ ਖਾਣੀ, ਅਤੇ ਬੰਦ ਕਰ ਦਿੱਤਾ ਦਰਵਾਜ਼ਾ। ਰਾਜਾ ਅਜੇ ਜੀ ਤੋਂ ਉਹ ਹੋ ਨਾ ਸਕਿਆ ਕਿ ਉਹ ਧੋਬੀ ਤੋਂ ਨਿੰਦਿਆ ਕਰਵਾ ਦੇਵੇ। ਧੋਬੀ ਸਿਆਣਾ ਸੀਗਾ, ਅਤੇ ਜਦੋਂ ਵਾਪਸ ਰਾਜਾ ਅਜੇ ਜੀ ਸਾਧੂ ਕੋਲ ਗਏ, ਕਹਿੰਦਾ ਕਿ ਉਹ ਨਹੀਂ ਨਿੰਦਿਆ ਕਰਦਾ। ਕਹਿੰਦਾ ਕਿ ਹੁਣ ਇੰਨਾ ਕੁ ਰਹਿ ਗਿਆ ਹੈ ਅਤੇ ਇਹਦਾ ਕੀ ਕੀਤਾ ਜਾਏ। ਕਹਿੰਦਾ ਕਿ ਇਹਨੂੰ ਹੁਣ ਤੂੰ ਇਸ ਜਨਮ 'ਚ ਗ੍ਰਹਿਣ ਕਰ ਲਾ, ਜਾਂ ਤੂੰ ਅਗਲੇ ਜਨਮ 'ਚ ਗ੍ਰਹਿਣ ਕਰ ਲੈ, ਇਹਨੂੰ ਗ੍ਰਹਿਣ ਤਾਂ ਕਰਨਾ ਹੀ ਪੈਣਾ। ਉਹਨਾਂ ਨੇ ਕੀ ਕੀਤਾ, ਉਹ ਜਿੰਨੀ ਬੁੱਕ ਭਰ ਕੇ ਉਹ ਪਹਿਲਾਂ ਦਿੱਤੀ ਸੀਗੀ, ਜਿਹੜੀ ਹੁਣ ਬਚ ਗਈ ਸੀ, ਉਹ ਰਾਜਾ ਅਜੇ ਜੀ ਆਪਣੇ ਮਹਿਲ ਵਿੱਚ ਲੈ ਗਏ। ਉਹ ਕੀ ਕੀਤਾ ਕਿ ਹੁਣ ਇੱਥੇ ਆਉਂਦਾ ਹੈ, ਅਜੈ ਸਰੋਵੈ ਭੀਖਿਆ ਖਾਏ। ਉਹਨੇ ਉਹ ਭੀਖਿਆ ਦਿੱਤੀ ਹੋਈ ਸੀ ਲਿੱਦ ਦੀ, ਤੋ ਜਦੋਂ ਆਪਣੇ ਮਹਿਲ ਵਿੱਚ ਲੈ ਕੇ ਗਿਆ, ਅਤੇ ਜੇ ਹੁਣ ਉਹ ਸਿੱਧਾ ਗ੍ਰਹਿਣ ਕਰਦਾ ਤਾਂ ਉਹ ਪੇਟ ਜਿਹੜਾ ਆ ਅਪਸੈਟ ਹੋ ਜਾਣੇ ਸੀ। ਉਹਨਾਂ ਨੇ ਕੀ ਕੀਤਾ, ਹੋਰ ਇਨਗਰੀਡੀਅੰਟਸ ਪਾ ਕੇ ਉਹਦੀਆਂ ਪਿੰਨੀਆਂ ਬਣਾ ਲਈਆਂ, ਅਤੇ ਜਦੋਂ ਰਾਜਾ ਅਜੇ ਜੀ ਉਹ ਪਿੰਨੀ ਇੱਕ ਇੱਕ ਖਾਵੇ, ਨਾਲ ਨਾਲ ਰੋਵੇ, ਇੱਕ ਪਿੰਨੀ ਖਾਏ ਨਾਲ ਰੋਵੇ, ਤਾਂ ਫਿਰ ਮਹਾਰਾਜ ਨੇ ਇੱਥੇ ਕਿਹਾ ਅਜੈ ਸੋ ਰੋਵੈ ਭੀਖਿਆ ਖਾਏ, ਕਿ ਉਹਨੂੰ ਆਪਣੀ ਭੀਖਿਆ ਖਾਣੀ ਪਏ। ਐਸੀ ਦਰਗਾਹ ਮਿਲੇ ਸਜਾਏ, ਕਹਿੰਦੇ ਦਰਗਾਹ ਦੇ ਵਿੱਚ ਇਸ ਤਰੀਕੇ ਨਾਲ ਸਜ਼ਾ ਮਿਲਦੀ ਆ, ਜਿੱਦਾਂ ਉਹਨਾਂ ਨੂੰ ਆਪਣੀ ਭੀਖਿਆ ਖਾਣੀ ਪਈ ਨਾ, ਇੱਦਾਂ ਹੀ ਦਰਗਾਹ ਦੇ ਵਿੱਚ ਜਿਹੋ ਜਿਹਾ ਅਸੀਂ ਕਰਮ ਕੀਤਾ ਸਾਨੂੰ ਉਹ ਭੁਗਤਣਾ ਪੈਣਾ ਹੈ। ਤਾਂ ਹੀ ਪਹਿਲਾਂ ਹੀ ਵਿਚਾਰ ਕੀਤੀ ਸੀ ਕਿ ਦੁੱਖ ਤੋਂ ਛੁਟਕਾਰਾ ਨਹੀਂ ਮਿਲਦਾ, ਭਾਵੇਂ ਅਸੀਂ ਸਰੀਰ ਵੀ ਛੱਡਣ ਦੀ ਕੋਸ਼ਿਸ਼ ਕਰੀਏ, ਦੁੱਖ ਸਮਾਂ ਵਧੂਗਾ, ਕਿਉਂਕਿ ਉਹ ਪਾਪ ਆ। ਜਿਹੜੇ ਸੁਇਸਾਈਡ ਹੁੰਦਾ ਆ, ਆਤਮ ਹੱਤਿਆ ਹੁੰਦੀ, ਉਹ ਪਾਪ ਹੁੰਦੇ ਆ, ਦੁੱਖ ਸਮਾਂ ਵਧੂਗਾ, ਦੁੱਖ ਤੋਂ ਛੁਟਕਾਰਾ ਨਹੀਂ ਮਿਲਦਾ। ਦੁੱਖ ਤੋਂ ਛੁਟਕਾਰਾ ਪਾਉਣ ਲਈ ਹੈ ਕਿ ਦੁੱਖ ਨੂੰ ਭੁਗਤਣਾ ਪੈਂਦਾ, ਜਾਂ ਗੁਰੂ ਦਾ ਸ਼ਬਦ ਕਮਾ ਕੇ ਉਹਦੇ ਕੱਟਿਆ ਜਾਏ, ਇੰਨੀ ਭਗਤੀ ਕੀਤੀ ਜਾਏ ਕਿ ਕਰਮ ਕੱਟਿਆ ਜਾਏ, ਜਾਂ ਹੈਗਾ ਕਿ ਨਿੰਦਿਆ ਚੁਗਲੀ ਸਾਡੀ ਕਰ ਲਵੇ ਤਾਂ ਉਹ ਆਪਣੇ ਸਿਰ 'ਤੇ ਆਪਣਾ ਸਾਡਾ ਪਾਪ ਲੈ ਲੈ। ਤਾਂ ਹੀ ਉੱਦਾਂ ਮਹਾਰਾਜ ਨੇ ਗੁਰਬਾਣੀ 'ਚ ਦੱਸਿਆ ਹੈ ਕਿ ਨਿੰਦਿਆ ਤਾਂ ਹੀ ਕਿਸੇ ਦੀ ਕਰੋ ਨਾ, ਨਹੀਂ ਤਾਂ ਤੁਸੀਂ ਉਹਦੇ ਪਾਪ ਭੁਗਤਣ ਲਈ ਤਿਆਰ ਹੋ ਰਹੇ ਹੋ, ਕਿਉਂਕਿ ਤੁਸੀਂ ਉਹਦੇ ਪਾਪ ਆਪਣੇ ਸਿਰ 'ਤੇ ਪਾ ਰਹੇ ਹੋ। ਤਾਂ ਹੀ ਦਰਗਾਹ ਦੇ ਵਿੱਚ ਐਸੀ ਸਜ਼ਾ ਮਿਲਦੀ ਹੈ। ਫਿਰ ਮਹਾਰਾਜ ਕਹਿੰਦੇ ਰੋਵੈ ਰਾਮ ਨਿਕਾਲਾ ਪਿਆ, ਕਿ ਰਾਮ ਚੰਦਰ ਜੀ ਵੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ, ਉਹਨਾਂ ਨੂੰ ਵੀ ਰੋਣਾ ਪਿਆ ਜਦੋਂ ਘਰੋਂ ਉਹਨਾਂ ਨੂੰ ਨਿਕਾਲਿਆ ਗਿਆ। 14 ਸਾਲ ਦਾ ਬਨਵਾਸ ਹੋਇਆ, ਸੀਤਾ ਲਕਸ਼ਮਣ ਵਿਛੜ ਗਿਆ, ਸੀਤਾ ਅਤੇ ਲਕਸ਼ਮਣ ਨਾਲ ਵਿਛੋੜਾ ਵੀ ਪਿਆ ਉਸ ਦੌਰਾਨ, ਅਤੇ ਕਹਿੰਦੇ ਉਦੋਂ ਵੀ ਰੋਏ। ਰੋਵੇ ਦਹਿਸਰ ਲੰਕ ਵਾਏ, ਕਹਿੰਦੇ ਕਿ ਰਾਵਣ ਜਿਹੜਾ ਸੀ ਦੂਜੇ ਪਾਸੇ ਲੰਕਾ ਦਾ ਰਾਜਾ, ਉਹਨੇ ਜਦੋਂ ਲੰਕਾ ਗਵਾ ਲਈ ਤਾਂ ਉਹ ਵੀ ਰੋਇਆ। ਜਿਨ ਸੀਤਾ ਆਦਿ ਡੋਰੂ ਵਾਏ, ਉਹ ਤਾਂ ਇੰਨਾ ਬਲੀ ਸੀਗਾ ਕਿ ਉਹਦੇ ਮੁਕਾਬਲੇ ਦੇ ਵਿੱਚ ਕੋਈ ਸੂਰਮਾ ਖੜਦਾ ਨਹੀਂ ਸੀ। ਰਾਮ ਚੰਦਰ ਜੀ ਨੇ ਉਹਨੂੰ ਮਾਰਿਆ, ਅਤੇ ਉਹਨੇ ਸੀਤਾ ਨੂੰ ਡੋਰੂ ਵਜਾਉਂਦੇ ਹੋਏ ਲੈ ਕੇ ਆਇਆ ਸੀਗਾ ਲੰਕਾ ਦੇ ਵਿੱਚ, ਉਹਨੂੰ ਵੀ ਰਾਵਣ ਨੂੰ ਰੋਣਾ ਪਿਆ। ਰੋਵੇ ਪਾਂਡਵ ਪੇ ਮਜੂਰ, ਕਿ ਜਿਹੜੇ 5 ਪਾਂਡਵ ਆ, ਜਿਨ ਕੈ ਸਵਾਮੀ ਰਹਿਤ ਹਦੂਰ, ਉਹ ਕ੍ਰਿਸ਼ਨ ਭਗਵਾਨ ਦੀ ਹਜ਼ੂਰੀ 'ਚ ਰਹਿੰਦੇ ਹੁੰਦੇ ਸੀਗੇ, ਪਰ ਉਹਨਾਂ ਨੂੰ ਵੀ ਰੋਣਾ ਪਿਆ, ਉਹਨਾਂ ਨੂੰ ਵੀ ਬਾਹਰ ਰਹਿਣਾ ਪਿਆ, ਉਹਨਾਂ ਨੂੰ ਵੀ ਆਪਣੇ ਮਹਿਲ ਛੱਡਣੇ ਪਏ। ਰੋਵੈ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਜਿਹੜਾ ਜਨਮੇਜਾ ਸੀਗਾ ਰਾਜਾ ਪ੍ਰੀਸ਼ਦ ਦਾ ਬੱਚਾ, ਬੇਟਾ, ਉਹਨੂੰ ਵੀ ਰੋਣਾ ਪਿਆ। ਉਹਨੇ ਇੱਕ ਪਾਪ ਕੀਤਾ, ਬ੍ਰਾਹਮਣ ਬੱਚਿਆਂ ਦੀ ਹੱਤਿਆ ਕੀਤੀ ਉਹਨੇ, ਅਤੇ ਉਹਦੇ ਕਾਰਨ ਉਹ ਪਾਪੀ ਪਿਆ, ਉਹਨੂੰ ਵੀ ਰੋਣਾ ਪਿਆ। ਰੋਵੇ ਸੇਖ ਮਸਾਇਕ ਪੀਰ, ਕਹਿੰਦੇ ਪੀਰ ਜਿਹੜੇ ਆ, ਸ਼ੇਖ ਆ, ਸੇਖ ਜਿਹੜੇ ਆ, ਪੀਰ ਜਿਹੜੇ ਆ, ਇਹਨਾਂ ਨੂੰ ਵੀ ਰੋਣਾ ਪਿਆ। ਅੰਤ ਕਾਲ ਮਤ ਲਾਗਿਆ ਪੀੜ, ਕਹਿੰਦੇ ਕਿ ਅੰਤ ਸਮੇਂ ਵੀ ਜਦੋਂ ਅੰਤ ਆਉਂਦਾ ਹੈ, ਮੌਤ ਆਉਂਦੀ ਆ, ਅਤੇ ਉਹਨਾਂ ਨੂੰ ਵੀ ਰੋਣਾ ਆਇਆ, ਉਸ ਵੇਲੇ ਦੁੱਖ ਹੋਇਆ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਕਹਿੰਦੇ ਵੱਡੇ ਵੱਡੇ ਰਾਜਿਆਂ ਨੂੰ ਜੋਗੀ ਬਣਨਾ ਪਿਆ, ਕੰਨ ਪੜਾ ਕੇ ਭੀਖਿਆ ਮੰਗਦੇ ਰਹੇ। ਰੋਵੇ ਕਿਰਪਨ ਸੰਚੇ ਧਨ ਜਾਏ, ਜਿਹੜਾ ਕਹਿੰਦੇ ਕਿਰਪਨ ਹੁੰਦਾ, ਜਿਹੜਾ ਕੰਜੂਸ ਆ, ਜਦੋਂ ਉਹਦਾ ਧਨ ਜਿਹੜਾ ਖੋਇਆ ਜਾਂਦਾ ਆ, ਜਾਂ ਧਨ ਉਹਦਾ ਚਲਾ ਜਾਂਦਾ ਆ, ਪੈਸਾ ਜਿਹੜਾ ਉਹਦਾ,
ਤੇ ਕਹਿੰਦੇ ਉਹ ਵੀ ਰੋਂਦਾ ਹੈ। ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਜਿਹੜੇ ਪੰਡਿਤ ਆ, ਜਿਹੜੇ ਵਿਦਵਾਨ ਹੁੰਦੇ ਆ, ਉਹ ਵੀ ਰੋਂਦੇ ਆ ਜਦੋਂ ਉਹਨਾਂ ਦੇ ਗਿਆਨ ਦੇ ਵਿੱਚ ਹਾਰ ਹੁੰਦੀ ਹੈ ਜਾਂ ਗਿਆਨ ਉਹਨਾਂ ਦਾ ਖੋਇਆ ਜਾਂਦਾ ਹੈ। ਬਾਲੀ ਰੋਵੇ ਨਾਹੇ ਪਤਾਰ। ਕਹਿੰਦੇ ਕਿ ਜਿਹੜੇ ਬਾਲੀ ਹੁੰਦੀ ਯੰਗ ਲੜਕੀ, ਤੇ ਕਹਿੰਦੇ ਉਹ ਵੀ ਰੋਂਦੀ ਹੈ ਜਦੋਂ ਉਹਦਾ ਪਤੀ ਨਹੀਂ ਹੁੰਦਾ। ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿਹੜਾ ਦੁਖੀ ਆ। ਮੰਨੇ ਨਾਉ ਸੋਈ ਜਿਣ ਜਾਏ। ਫਿਰ ਦੱਸਦੇ ਆ ਕਿ ਕੌਣ ਸੁਖੀ ਆ। ਮੰਨੇ ਨਾਉ ਸੋਈ ਜਿਣ ਜਾਏ। ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਨਾ, ਉਹ ਖੇਡ ਜਿਹੜਾ ਆ ਜਿੱਤ ਜਾਂਦਾ ਆ, ਉਹ ਸੁਖੀ ਹੁੰਦਾ। ਔਰ ਹੀ ਕਰਮ ਨਾਲ ਲੇਖਿਆ ਲਾਏ। ਕਹਿੰਦੇ ਹੋਰ ਕੋਈ ਕਰਮ ਨਹੀਂ ਜਿਹੜਾ ਲੇਖੇ ਦੇ ਵਿੱਚ ਆਉਣਾ ਆ ਕਿ ਸਾਨੂੰ ਕਿਸੇ ਕਰਮ ਬਦਲੇ ਦਰਗਾਹ ਮਿਲ ਜਾਏ ਨਾ, ਕੋਈ ਹੋਰ ਕਰਮ ਨਹੀਂ ਹੈ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਤਾਂ ਹੀ ਹੁਣ ਉੱਦਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਕਈ ਵਾਰੀ ਜੋ ਮਨ ਦੁਖੀ ਹੁੰਦਾ, ਕਿਸੇ ਨਾਲ ਗੱਲ ਕਰਕੇ ਹੌਲਾ ਹੋ ਜਾਂਦਾ ਮਨ, ਪਰ ਮਹਾਰਾਜ ਨੇ ਸਾਨੂੰ ਇਹ ਦੱਸਿਆ ਹੋਇਆ ਗੁਰਬਾਣੀ ਵਿੱਚ ਕਿ ਸਾਰੇ ਅਸਲ ਵਿੱਚ ਦੁਖੀ ਆ। ਕਹਿੰਦੇ ਕਿ ਜੇ ਦੁੱਖ ਉੱਦਾਂ ਦੱਸਣਾ ਚਾਹੁੰਦੇ ਆ, ਤੁਸੀਂ ਮਾਲਕ ਕੋਲ ਦੱਸ ਸਕਦੇ ਆ। ਉਹ ਧੀਰਜ ਸਾਨੂੰ ਦਿੰਦੇ ਆ, ਸਾਡੇ ਮਨ ਨੂੰ ਕੰਫਰਟ ਕਰਦੇ ਆ। ਮਹਾਰਾਜ ਕਹਿੰਦੇ ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਕਹਿੰਦੇ ਦੁੱਖ ਉਹਨੂੰ ਦੱਸੋ ਜਿਹਦੇ ਕੋਲ ਸਿਰਫ ਸੁੱਖ ਹੀ ਆ। ਜੇ ਦੁਨੀਆ ਤਾਂ ਸਾਰੀ ਦੁਖੀ ਆ, ਅਤੇ ਪਰਮਾਤਮਾ ਤੋਂ ਇਲਾਵਾ ਤਾਂ ਕੋਈ ਹੈ ਨਹੀਂ ਜਿਹੜਾ ਸਿਰਫ ਸੁੱਖ ਦੇ ਵਿੱਚ ਵਸਦਾ ਹੈ। ਪਰਮਾਤਮਾ ਸੁੱਖ ਦੇ ਵਿੱਚ ਵਸਦਾ ਹੈ, ਸਤਿਗੁਰੂ ਸੁੱਖ ਦੇ ਵਿੱਚ ਵਸਦੇ ਆ, ਸਾਧੂ ਸੰਤ ਜਿਹੜੇ ਭਗਤ ਜਨ ਆ ਉਹ ਸੁੱਖ ਵਿੱਚ ਵਸਦੇ ਆ। ਮਹਾਰਾਜ ਨੇ ਦੱਸਿਆ ਕਿ ਉਹ ਫਿਰ ਪਰਮਾਤਮਾ ਸਾਨੂੰ ਧੀਰਜ ਬਖਸ਼ਦਾ। ਹੁਣ ਜਦੋਂ ਕਈ ਵਾਰੀ ਮਨ ਦੁਖੀ ਹੁੰਦਾ ਹੈ ਨਾ, ਅਭਿਆਸ ਕਰੀਏ ਅਤੇ ਪ੍ਰਮਾਤਮਾ ਆਪਣੀ ਅੰਦਰੋਂ ਸਾਨੂੰ ਆਵਾਜ਼ ਸੁਣਾਉਂਦੇ ਆ, ਨਾਮ ਸੁਣਾਉਂਦੇ ਆ। ਫਿਰ ਵਿਚਾਰਨ ਵਾਲੀ ਗੱਲ ਆ ਕਿ ਜਦੋਂ ਸਾਨੂੰ ਇੱਦਾਂ ਅੰਦਰੋਂ ਅਨਹਦ ਸ਼ਬਦ ਸੁਣਨ ਲੱਗ ਪੈਂਦੇ ਆ, ਮਾਲਕ ਸਾਨੂੰ ਆਪਣੀ ਆਵਾਜ਼ ਸੁਣਾਈ ਦਿੰਦਾ ਹੈ। ਉਹ ਮਾਲਕ ਆ ਜਿਹੜਾ ਸਾਰੇ ਬ੍ਰਹਿਮੰਡ ਦਾ ਰਚਨਹਾਰ ਆ, ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਹੋਏ ਆ। ਉਹ ਸਾਡੇ ਛੋਟੇ ਜਿਹੇ ਜੀਵ ਨੂੰ ਦੇਖ ਕੇ ਆਪਣੀ ਆਵਾਜ਼ ਦੇ ਰਿਹਾ ਆ। ਕਈ ਵਾਰੀ ਸਾਡਾ ਮਨ ਜਦੋਂ ਕੋਈ ਤਕਲੀਫ ਮੰਨਦਾ ਹੈ ਤਾਂ ਸਾਡੇ ਅਨਹਦ ਸ਼ਬਦ ਉਸ ਵੇਲੇ ਉੱਚੀ ਸਾਨੂੰ ਅੰਦਰੋਂ ਅਨਹਦ ਸ਼ਬਦ ਸੁਣਨ ਲੱਗ ਪੈਂਦੇ। ਮਾਲਕ ਹਰੇਕ ਦੀ ਕੇਅਰ ਕਰਦਾ ਆਪਣੇ ਬੱਚੇ ਦੀ। ਅਤੇ ਕਈ ਹੈਗੇ ਆ ਕਿ ਜਿਨ੍ਹਾਂ ਨੂੰ ਹਜੇ ਉਹਨਾਂ ਅਨਹਦ ਸ਼ਬਦਾਂ ਦੀ ਪਛਾਣ ਨਹੀਂ ਹੈਗੀ, ਪਰ ਜਿਉਂ-ਜਿਉਂ ਤੁਸੀਂ ਅਭਿਆਸ ਕਰੋਗੇ, ਮਹਾਰਾਜ ਦਾ ਲੜ ਫੜਦੇ ਆ ਅਤੇ ਅਭਿਆਸ ਕਰਦੇ ਤੁਹਾਡੇ ਜਿਹੜੇ ਕਰਮ ਆ ਉਹ ਕੱਟੇ ਜਾਂਦੇ ਮਾੜੇ, ਮਨ ਸ਼ੁੱਧ ਹੁੰਦਾ ਜਾਂਦਾ, ਫਿਰ ਉਸ ਮਾਲਕ ਦੀ ਆਵਾਜ਼ ਸੁਣਨ ਲੱਗ ਪੈਂਦੀ ਹੈ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਧੀਰਜ ਸਾਨੂੰ ਪ੍ਰਮਾਤਮਾ ਬਖਸ਼ਦੇ ਆ, ਜਿਹਨੂੰ ਕਹਿੰਦੇ ਗੁਰੂ ਦੀ ਮੱਤ ਦੁਆਰਾ ਅਸੀਂ ਧਰਮ ਨੂੰ ਜਦੋਂ ਦਾ ਦ੍ਰਿੜ ਕਰਦੇ ਹਾਂ। ਧਰਮ ਨੂੰ ਦ੍ਰਿੜ ਕਰਨਾ ਹੁੰਦਾ, ਸੱਚ ਨੂੰ ਦ੍ਰਿੜ ਕਰਨਾ। ਗੁਰਮਤਿ ਧਰਮ ਧੀਰਜ ਹਰਿ ਨਾਏ। ਸਾਨੂੰ ਹਰੀ ਦੇ ਨਾਮ ਦੁਆਰਾ ਧੀਰਜ ਮਿਲਦਾ ਆ। ਨਾਨਕ ਨਾਮ ਮਿਲੈ ਗੁਣ ਗਾਏ। ਕਹਿੰਦੇ ਜਦੋਂ ਨਾਮ ਸਾਨੂੰ ਮਿਲ ਜਾਂਦਾ ਨਾ, ਅਸੀਂ ਫਿਰ ਹਰੀ ਦੇ ਗੁਣ ਗਾਉਂਦੇ ਹਾਂ ਕਿ ਉਹ ਪ੍ਰੈਕਟੀਕਲ ਹੋ ਰਿਹਾ ਹੁੰਦਾ। ਫਿਰ ਮਹਾਰਾਜ ਸਾਨੂੰ ਸਮਝਾਉਂਦੇ ਆ, ਕਹਿੰਦੇ ਮਿਲ ਰਾਮ ਪਿਆਰੇ, ਤੁਮ ਬਿਨ ਧੀਰਜ ਕੋ ਨਾ ਕਰੈ ਰਹਾਓ। ਕਹਿੰਦੇ ਕਿ ਪ੍ਰਮਾਤਮਾ ਤੂੰ ਸੱਚੇ ਪਾਤਸ਼ਾਹ ਮੈਨੂੰ ਮਿਲ, ਤੁਹਾਡੇ ਤੋਂ ਬਗੈਰ ਮੈਨੂੰ ਕੌਣ ਧੀਰਜ ਦੇਵੇ। ਸਿਮਰਤ ਸ਼ਾਸਤਰ ਬਹੁ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ। ਕਹਿੰਦੇ ਸਿਮਰਤ ਸ਼ਾਸਤਰ ਜਿਹੜੇ ਆ ਉਹਨਾਂ ਨੂੰ ਪੜ੍ਹ ਕੇ ਦੇਖਿਆ, ਕਰਮ ਬੜੇ ਕਮਾਏ, ਪਰ ਕਹਿੰਦੇ ਤੁਹਾਡੇ ਦਰਸ਼ਨਾਂ ਤੋਂ ਬਗੈਰ ਸੁੱਖ ਨਹੀਂ ਮਿਲਦਾ। ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸਰਨ ਪ੍ਰਭ ਸੰਗ ਵਸੈ। ਕਹਿੰਦੇ ਵਰਤ ਰੱਖ ਕੇ ਵੱਖ-ਵੱਖ ਨੇਮ ਕਰਕੇ ਸੰਜਮ ਕਰਕੇ ਦੇਖ ਲਿਆ, ਥੱਕ ਗਏ ਕਰਦੇ। ਕਹਿੰਦੇ ਜਦੋਂ ਸਾਧੂ ਦੀ ਸ਼ਰਨ ਮਿਲੀ ਨਾ, ਫਿਰ ਸਾਨੂੰ ਪ੍ਰਭੂ ਦਾ ਸੰਗ ਮਿਲ ਗਿਆ, ਪ੍ਰਭੂ ਦੀ ਸੰਗਤ ਵਿੱਚ ਅਸੀਂ ਵਸ ਪਏ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਆ ਕਿ ਇੱਦਾਂ ਧੀਰਜ ਮਿਲਦਾ ਆ। ਜੇਕਰ ਅਸੀਂ ਸੰਤਾਂ ਪਾਸ ਵੀ ਜਾਂਦੇ ਆ, ਸਾਧੂ ਪਾਸ ਜਾਂਦੇ ਆ, ਉਹ ਵੀ ਸਾਨੂੰ ਧੀਰਜ ਬਖਸ਼ਦੇ ਆ। ਜਿਹਨੂੰ ਮਹਾਰਾਜ ਕਹਿੰਦੇ ਆ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਉਹਨਾਂ ਨੇ ਫਿਰ ਮੋਰੇ ਸਾਨੂੰ ਸੰਤਾਂ ਨੇ ਮੰਤਰ ਦਿੱਤਾ, ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਉਹਨਾਂ ਨੇ ਮੈਨੂੰ ਮੰਤਰ ਐਸਾ ਦਿੱਤਾ ਜਿਸ ਦੁਆਰਾ ਅਸੀਂ ਗੁਰੂ ਦਾ ਸ਼ਬਦ ਕਮਾਇਆ ਅਤੇ ਉਸ ਨਿਰਭਉ ਨੂੰ ਜਪਿਆ। ਸਾਡਾ ਵੀ ਮਨ ਜਿਹੜਾ ਨਿਰਭਉ ਹੋ ਗਿਆ। ਫਿਰ ਮਹਾਰਾਜ ਦੱਸਦੇ ਨੇ, ਕਹਿੰਦੇ ਕਿ ਜਦੋਂ ਸਾਧੂ ਦੇ ਨਾਲ ਮਿਲਾਪ ਹੁੰਦਾ, ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਕਹਿੰਦੇ ਕਿ ਉਹ ਨਾਮ ਜਪਾਉਂਦੇ ਆ
ਅਤੇ ਸਾਡਾ ਮਨ ਤਨ ਸੀਤਲ ਹੋ ਜਾਂਦਾ, ਧੀਰਜ ਅਸੀਂ ਪਾ ਲੈਂਦੇ ਹਾਂ। ਪ੍ਰਭ ਅਬਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੇ ਜਿਉ। ਕਹਿੰਦੇ ਪ੍ਰਭੂ ਅਬਨਾਸੀ ਸਾਡੇ ਅੰਦਰ ਫਿਰ ਵਸ ਜਾਂਦਾ ਹੈ, ਇੱਦਾਂ ਵਸਿਆ ਸਾਡੇ ਅੰਦਰ, ਅਤੇ ਕਹਿੰਦੇ ਅਸੀਂ ਫਿਰ ਉਹਦੇ ਗੁਣ ਗਾਉਂਦੇ ਹਾਂ। ਇੱਦਾਂ ਹੀ ਮਹਾਰਾਜ ਨੇ ਦੱਸਿਆ ਕਿ ਸਾਨੂੰ ਜੇ ਧੀਰਜ, ਸਾਡੇ ਮਨ ਨੂੰ ਕੰਫਰਟ ਚਾਹੀਦਾ ਆ, ਅਸੀਂ ਦੁਖੀ ਹਾਂ, ਇਹਦਾ ਸੰਤਾਂ ਕੋਲ, ਸਾਧੂਆਂ ਕੋਲ ਜਾਓ, ਸੰਗਤ ਕਰੋ, ਹਰੀ ਨੂੰ ਧਿਆਓ। ਮਹਾਰਾਜ ਕਹਿੰਦੇ ਜਬ ਦੇਖਾਂ ਤਬ ਗਾਵਾਂ। ਜਦੋਂ ਅਸੀਂ ਪ੍ਰਮਾਤਮਾ ਨੂੰ ਵੇਖਦੇ ਹਾਂ ਤਾਂ ਅਸੀਂ ਉਹਨੂੰ ਫਿਰ ਗਾਉਂਦੇ ਵੀ ਹਾਂ, ਉਹਦੇ ਉਸਤਤ ਕਰਦੇ ਹਾਂ। ਤੋ ਜਨ ਧੀਰਜ ਪਾਵਾ, ਕਹਿੰਦੇ ਸਾਨੂੰ ਫਿਰ ਵੀ ਉਹਦੇ ਨਾਲ ਫਿਰ ਧੀਰਜ ਮਿਲਦਾ। ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੈ ਦੇਵਾ, ਕਿ ਨਾਦ ਵਿੱਚ ਸਮਾ ਲਓ, ਫਿਰ ਅਸੀਂ ਸਤਿਗੁਰ ਨਾਲ ਭੇਟ ਕਰ ਸਕਦੇ ਹਾਂ, ਜਿੱਥੇ ਉਹ ਧੀਰਜ ਮਿਲਦਾ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਦੁੱਖ ਤੋਂ ਛੁਟਕਾਰਾ ਜੇਕਰ ਅਸੀਂ ਪਾਉਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਇਸ ਮਾਰਗ ਭਗਤੀ 'ਤੇ ਚੱਲੀਏ। ਜੇ ਭਗਤੀ ਕਰਾਂਗੇ ਤਾਂ ਸਾਨੂੰ ਜਿਹੜਾ ਸੁੱਖ ਪ੍ਰਾਪਤ ਹੋਊਗਾ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਮੇਰੇ ਤੋਂ ਬੋਲਦਿਆਂ ਹੋਇਆਂ ਕੋਈ ਵੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।